पंजाब की राजनीति किधर ਨੂੰ ਜਾਂਦੀ ਹੈ 2022 ਚ ਕੀ ਬਣੇਗਾ ਕਾਂਗਰਸ ਦਾ ਕੀ ਬਣੇਗਾ ਅਕਾਲੀਆਂ ਦਾ ਕੀ ਬਣੇਗਾ ਆਪ ਦਾ ਕੁਝ ਬਣੇਗਾ ਜਾਂ ਨਹੀਂ ਬਣੇਗਾ ਬੀਜੇਪੀ ਦੇ ਪੈਰ ਕਿਵੇਂ ਲੱਗਣਗੇ ਇਹ ਮੁੱਦਿਆਂ ਦੀ ਰਾਜਨੀਤੀ ਦੇ ਨਾਲੋਂ ਇਹ ਮੁੱਦਿਆਂ ਦੇ ਇਸਤੇਮਾਲ ਦੀ ਰਾਜਨੀਤੀ ਉਹ ਜ਼ਿਆਦਾ ਹੈਗੀ ਆ ਪੰਜਾਬ ਦੀਆਂ ਜਿਹੜੀਆਂ ਪੋਲੀਟੀਕਲ ਗਰੁੱਪਸ ਨੇ ਉਹ ਇੰਨੇ ਮੈਚੁਰ ਨੇ ਉਹਨਾਂ ਨੂੰ ਪ੍ਰਸ਼ਾਂਤ ਕਿਸ਼ੋਰ ਜਾਂ ਕਿਸੇ ਵੀ ਐਕਸਪਰਟ ਦੀ ਲੋੜ ਨਹੀਂ ਸੀ ਕਾਂਗਰਸ ਦੇ ਉੱਤੇ ਸਭ ਤੋਂ ਵੱਡਾ ਇਲਜ਼ਾਮ ਕੀ ਹੈ ਕਿ ਅਸਲ ਸੱਤਾ ਤਾਂ ਅਕਾਲੀਆਂ ਕੋਲ ਹੈ 2022 ਚ ਤੁਹਾਨੂੰ ਕੀ ਲੱਗਦਾ ਮੁੱਦੇ ਕਿਹੜੇ ਹੋਣਗੇ ਧਰਮ ਇੱਕ ਦੋ ਧਾਰੀ ਤਲਵਾਰ ਹੈ ਕੁਝ ਲੋਕਾਂ ਨੂੰ ਇੱਕ ਥਾਂ ਇਕੱਠਿਆਂ ਕਰਦੀ ਹੈ ਦੂਜਿਆਂ ਨੂੰ ਉਹਨਾਂ ਦੇ ਵਿਰੁੱਧ ਕਰਦੀ ਹੈ ਬੀਜੇਪੀ ਜੇ ਹਾਰਦੀ ਹੈ ਤਾਂ ਕਿਵੇਂ ਹਾਰਦੀ ਹੈ ਜੇ ਜਿੱਤ ਸਕਦੀ ਹੈ ਤਾਂ ਕਿਵੇਂ ਜਿੱਤ ਸਕਦੀ ਹੈ ਬੀਜੇਪੀ ਨੂੰ ਅੰਡਰ ਐਸਟੀਮੇਟ ਨਾ ਕਰੋ ਰੰਧਾਵਾ ਸਾਹਿਬ ਦੀ ਪੋਲਿਟਿਕਸ ਇਹ ਹਨੇਰੇ 'ਚ ਤੀਰ ਹੈਗਾ ਵਾ ਇਹ ਇੱਕ ਡੈਸਪੀਰੇਸ਼ਨ ਇਹ ਇੱਕ ਬੇਕਰਾਰੀ ਹੈ ਕਿ ਉਹ ਅਸੀਂ ਕਿਵੇਂ ਦੁਬਾਰਾ ਜਿਹੜਾ ਉਹ ਪਾਵਰ ਪਾਈਏ ਕਾਂਗਰਸ ਪਾਰਟੀ ਦੀ ਜਾਂ ਕਹਿ ਦਈਏ ਕੈਪਟਨ ਦੀ ਅਗਵਾਈ ਜਿਹੜੀ ਕਾਂਗਰਸ ਆ ਉਹਦੀ ਖੂਬੀ ਕੀ ਆ ਉਹ ਜੇ ਜਿੱਤ ਕੇ ਆਊਗੀ ਤਾਂ ਕਿਉਂ ਜਿੱਤ ਕੇ ਆ ਸਕਦੀ ਹੈ ਜੇ ਹਾਰੂਗੀ ਤਾਂ ਉਹਦੀ ਹਾਰ ਦਾ ਕਾਰਨ ਕੀ ਹੋਊਗੀ 2007 ਵੀ ਕੈਪਟਨ ਬੜੇ ਕੌਨਫੀਡੈਂਟ ਸੀ ਕਿ ਇਸ ਤਾਂ ਆ ਰਹੇ ਹਾਂ ਵਾਪਸ ਦੇਖੋ ਜਿੱਥੇ ਤੱਕ ਦੇ ਡੇਰੇ ਦੀ ਗੱਲ ਆ ਕਿ ਡੇਰੇ ਦੀ ਸਪੋਰਟ ਕਿਹਨੂੰ ਮਿਲਦੀ ਆ ਉਹਨੂੰ ਮੈਂ ਕਹਿੰਦਾ ਕੇਸ ਆਫ ਡੈਥ ਡੇਰਾ ਜਿਹਨੂੰ ਸਪੋਰਟ ਕਰੂਗਾ ਉਹ ਮਰ ਜੂਗਾ ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਯਾਦਵਿੰਦਰ ਸਿੰਘ ਕਹਾਵਤ ਹੈ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਪੱਤਰਕਾਰਾਂ ਨੂੰ ਤੇ ਰੋਜ਼ ਹੀ ਮਹਿਮਾ ਹੁੰਦੀਆਂ ਨੇ ਕਹਿੰਦੇ ਆ ਪੱਤਰਕਾਰ ਰੋਜ਼ ਜੰਮਦਾ ਹੈ ਤੇ ਰੋਜ਼ ਮਰਦਾ ਇਸ ਕਰਕੇ ਅੱਜ ਅਸੀਂ ਆਏ ਹੋਏ ਹਾਂ ਮਾਝਾ 'ਚ ਤੇ ਸਟੂਡੀਓ 'ਚ ਨਹੀਂ ਕਰ ਰਹੇ ਰਾਜਨੀਤੀ ਡੀਕੋਡ ਸਾਡੇ ਨਾਲ ਅਮਨਪ੍ਰੀਤ ਸਿੰਘ ਗਿੱਲ ਪ੍ਰੋਫੈਸਰ ਨੇ ਖਾਲਸਾ ਕਾਲਜ ਦਿੱਲੀ ਦੇ ਉਹਨਾਂ ਨਾਲ ਗੱਲਬਾਤ ਕਰਾਂਗੇ ਪੰਜਾਬ ਦੀ ਰਾਜਨੀਤੀ ਕਿੱਧਰ ਨੂੰ ਜਾਂਦੀ ਹੈ 2022 ਚ ਕੀ ਬਣੇਗਾ ਕਾਂਗਰਸ ਦਾ ਕੀ ਬਣੇਗਾ ਅਕਾਲੀਆਂ ਦਾ ਕੀ ਬਣੇਗਾ ਆਪ ਦਾ ਕੁਝ ਬਣੇਗਾ ਜਾਂ ਨਹੀਂ ਬਣੇਗਾ ਬੀਜੇਪੀ ਦੇ ਪੈਰ ਕਿਵੇਂ ਲੱਗਣਗੇ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਯਾਦਵਿੰਦਰ ਜੀ ਔਰ ਸਭ ਤੋਂ ਪਹਿਲਾ ਸਵਾਲ ਮੈਂ ਇਹੀ ਕਰਦਾ ਕਿ ਸਭ ਤੋਂ ਪਹਿਲਾਂ ਕੀ ਲੱਗਦਾ ਤੁਹਾਨੂੰ ਕਿਸ ਤਰ੍ਹਾਂ ਦੀ ਰਾਜਨੀਤੀ ਪੰਜਾਬ 'ਚ ਹੋ ਰਹੀ ਹੈ ਕੀ ਇਹ ਮੁੱਦਿਆਂ ਦੀ ਰਾਜਨੀਤੀ ਹੈ ਜਿਹੜੇ ਖਿਲਾਰੇ ਕਾਂਗਰਸ 'ਚ ਖਿਲਾਰਾ ਪਿਆ ਬੀਜੇਪੀ ਨੂੰ ਪਿੰਡਾਂ 'ਚ ਨਹੀਂ ਵੜਨ ਦੇ ਰਹੇ ਆਪ ਵਾਲਿਆਂ ਕੋਲ ਕੋਈ ਚਿਹਰਾ ਨਹੀਂ ਹੈ ਅਕਾਲੀ ਦਲ ਵੀ ਜ਼ੋਰ ਲਾ ਰਿਹਾ ਹੈਗਾ ਪਿੰਡਾਂ 'ਚ ਜਾ ਰਿਹਾ ਜਾਂ ਸ਼ਹਿਰਾਂ ਜਾ ਕੇ ਕੋਵਿਡ ਦੇ ਉੱਤੇ ਕੰਪੇਨ ਕਰ ਰਿਹਾ ਇਹ ਮੁੱਦਿਆਂ ਦੀ ਰਾਜਨੀਤੀ ਦੇ ਨਾਲੋਂ ਇਹ ਮੁੱਦਿਆਂ ਦੇ ਇਸਤੇਮਾਲ ਦੀ ਰਾਜਨੀਤੀ ਉਹ ਜ਼ਿਆਦਾ ਹੈਗੀ ਆ ਕਿਉਂਕਿ ਮੁੱਦਿਆਂ ਦੇ ਪ੍ਰਤੀ ਇੱਕ ਸਿੰਸੀਅਰ ਅਪਰੋਚ ਨਹੀਂ ਹੈਗੀ ਮੁੱਦਿਆਂ ਨੂੰ ਵਰਤ ਕੇ ਲੋਕਾਂ 'ਚ ਕਿਵੇਂ ਜਾਣਾ ਹੈ ਲੋਕਾਂ 'ਚ ਆਪਣੀ ਸਿਆਸੀ ਪ੍ਰਸੰਗਤਤਾ ਕਿਵੇਂ ਬਣਾਉਣੀ ਹੈ ਇਹ ਅਲੱਗ-ਅਲੱਗ ਪੋਲੀਟੀਕਲ ਲੀਡਰ ਖੁਦ ਹੀ ਬੜਾ ਸਪਸ਼ਟ ਕਹਿ ਚੁੱਕੇ ਆ ਇਸ ਕਰਕੇ ਚੰਗਾ ਸੀ ਕਿ ਮੁੱਦਿਆਂ ਪ੍ਰਤੀ ਜੇ ਇੱਕ ਸੁਹਿਰਦਤਾ ਦਿਖਾਈ ਜਾਂਦੀ ਹੁਣ ਮੁੱਦਿਆਂ ਦੀ ਸਿਆਸੀ ਵਰਤੋਂ ਪ੍ਰਤੀ ਜ਼ਿਆਦਾ ਚਿੰਤਾ ਜਿਵੇਂ ਮੈਂ ਪੁੱਛਾਂ ਕਿਵੇਂ ਜਿਵੇਂ ਮੈਂ ਪੁੱਛਾਂ ਤੁਹਾਡੇ ਤੋਂ ਕਿਵੇਂ ਕਿ ਮੰਨ ਲਓ ਮੁੱਦਿਆਂ ਦੀ ਰਾਜਨੀਤੀ ਕਿਵੇਂ ਹੋਵੇ ਇਹ ਤਾਂ ਕਹੀ ਜਾਂਦਾ ਕਿ ਪੰਜਾਬ ਦੀ ਰਾਜਨੀਤੀ ਦੇਸ਼ ਦੀ ਰਾਜਨੀਤੀ ਵੀ ਮੁੱਦਾ ਵਿਹੀਨ ਹੋ ਚੁੱਕੀ ਹੈ ਉਹ 'ਚ ਮੁੱਦਾ ਨਹੀਂ ਹੈਗਾ ਉਹਦੇ 'ਚ ਇੱਕ ਲੀਡਰ ਹੈ ਵੱਡਾ ਸਾਰਾ ਉਹ ਟਾਲੈਸਟ ਲੀਡਰ ਦਿਖਾਇਆ ਜਾਂਦਾ ਯਾਨੀ ਵਿਅਕਤੀ ਸੈਂਟਰਿਕ ਹੋ ਚੁੱਕੀ ਆ ਪੋਲਿਟਿਕਸ ਇਸ਼ੂ ਸੈਂਟਰਿਕ ਨਹੀਂ ਹੈ ਪੰਜਾਬ ਵਿੱਚ ਐਸੀ ਕੋਈ ਗੱਲ ਨਹੀਂ ਗੀ ਕਿ ਵਿਅਕਤੀ ਸੈਂਟਰਿਕ ਜ਼ਿਆਦਾ ਨਹੀਂ ਹੈਗੀ ਪੰਜਾਬ ਦੇ ਵਿੱਚ ਮੁੱਦਿਆਂ ਦੀ ਚਰਚਾ ਜ਼ਰੂਰ ਹੁੰਦੀ ਹੈ ਮੁੱਦਿਆਂ ਦੀ ਗੱਲ ਜਿਹੜੀ ਹੈ ਲੇਕਿਨ ਜੋ ਸਿਆਸੀ ਜਮਾਤਾਂ ਇਹਨਾਂ ਮੁੱਦਿਆਂ ਨੂੰ ਸਿਰਫ ਤੇ ਸਿਰਫ ਇੱਕ ਇਲੈਕਟੋਰਲ ਟੂਲ ਵਜੋਂ ਵਰਤ ਕੇ ਜਦੋਂ ਕੋਸ਼ਿਸ਼ ਕਰਦੀਆਂ ਨੇ ਗੱਲ ਕਰਨ ਦੀ ਉਹਦੇ ਵਿੱਚ ਥੋੜ੍ਹਾ ਜਿਹਾ ਫਿਰ ਇਹ ਹੈ ਕਿ ਰਾਜਨੀਤੀ ਮੁੱਦਿਆਂ ਦੀ ਹੈ ਪਰ ਮੁੱਦਿਆਂ ਦੀ ਜਿਹੜੀ ਹੈ ਉਹਦੇ ਪ੍ਰਤੀ ਸੁਹਿਰਦਤਾ ਘੱਟ ਤੇ ਮੁੱਦਿਆਂ ਨੂੰ ਵੋਟਾਂ 'ਚ ਵਰਤਣ ਤਬਦੀਲ ਕਰਨ ਦੀ ਜਿਹੜੀ ਕਾਹਲ ਹੈ ਜਿਹੜੀ ਕਿ ਸਾਨੂੰ ਪਿਛਲੇ ਦਿਨਾਂ 'ਚ ਰਵਨੀਤ ਬਿੱਟੂ ਦੀ ਜੋ ਹਰਜੀਤ ਗਰੇਵਾਲ ਨਾਲ ਚਰਚਾ ਸੀ ਜਾਂ ਸੁਖਜਿੰਦਰ ਰੰਧਾਵਾ ਦੀ ਜੋ ਬੇਕਰਾਰੀ ਹੈ ਕਿ ਲੋਕਾਂ ਨੇ ਸਾਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ ਜੇਕਰ ਅਸੀਂ ਬੇਅਦਬੀ ਦਾ ਮਸਲਾ ਹੱਲ ਨਾ ਕੀਤਾ ਸੋ ਇਹ ਮੁੱਦਿਆਂ ਦੀ ਜਿਹੜੀ ਹੈ ਉਹਨੂੰ ਵੋਟਾਂ ਵਿੱਚ ਤਬਦੀਲ ਕਰਨ ਦੀ ਜੋ ਕਾਹਲ ਹੈ ਉਹਦੀ ਰਾਜਨੀਤੀ ਕੀ ਇਹ ਰਾਜਨੀਤੀ ਕੈਪਟਨ ਅਮਰਿੰਦਰ ਸਿੰਘ ਉਦੋਂ ਨਹੀਂ ਕਰਦੇ ਸੀ ਜਦੋਂ ਪ੍ਰਸ਼ਾਂਤ ਕਿਸ਼ੋਰ ਕਹਿੰਦੇ ਆ ਨਸ਼ਾ ਖਤਮ ਉਹਨਾਂ ਨੂੰ ਸਲਾਹ ਦਿੰਦੇ ਨਸ਼ਾ ਖਤਮ ਕਰ ਦਾਂਗੇ ਸਿਰਫ ਇਸ ਕਰਕੇ ਮੁੱਦੇ ਭਾਰੇ ਹੀ ਗਏ ਚੋਣਾਂ ਦੇ ਅੰਦਰ ਕੀ ਵੋਟਾਂ ਮਿਲ ਜਾਣ ਕਿ ਉਹ ਵੋਟ ਪੋਲਿਟਿਕਸ ਨਹੀਂ ਸੀ ਵੋਟ ਬੈਂਕ ਪੋਲਿਟਿਕਸ ਨਹੀਂ ਕੀਤੀ ਗਈ ਚੋਣ ਮੈਨੀਫੈਸਟੋ ਜ਼ਰੀਏ ਬਿਲਕੁਲ ਵੋਟ ਬੈਂਕ ਪੋਲਿਟਿਕਸ ਹੀ ਹੁੰਦੀ ਆ ਜਿਹੜੀ ਰਵਾਇਤੀ ਰਾਜਨੀਤੀ ਆ ਉਹਦੇ 'ਚ ਵੋਟ ਬੈਂਕ ਪੋਲਿਟਿਕਸ ਤੋਂ ਬਿਨਾਂ ਕਿਸੇ ਗੱਲ ਦਾ ਅਰਥ ਹੀ ਨਹੀਂ ਹੈਗਾ ਔਰ ਇੱਕ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਕਿ ਪੰਜਾਬ ਦੀਆਂ ਜਿਹੜੀਆਂ ਪੋਲੀਟੀਕਲ ਗਰੁੱਪਸ ਨੇ ਉਹ ਇੰਨੇ ਮੈਚੁਰ ਨੇ ਉਹਨਾਂ ਨੂੰ ਪ੍ਰਸ਼ਾਂਤ ਕਿਸ਼ੋਰ ਜਾਂ ਕਿਸੇ ਵੀ ਐਕਸਪਰਟ ਦੀ ਲੋੜ ਨਹੀਂ ਸੀਗੀ ਉਹ ਦੱਸੇ ਕਈ ਵਾਰੀ ਬਹੁਤ ਜ਼ਿਆਦਾ ਓਵਰ ਅਸੈਸ ਕਰ ਦਿੱਤਾ ਜਾਂਦਾ ਜੀ ਕਾਫੀ ਵਿਦ ਕੈਪਟਨ ਕਰਕੇ ਪੰਜਾਬ ਸਰਕਾਰ ਬਣੀ
ਤੁਸੀਂ ਹੁਣ ਮਾਝੇ 'ਚ ਘੁੰਮ ਫਿਰ ਰਹੇ ਕੀ ਹੋ, ਕੈਪਟਨ ਨੂੰ ਹੁਣ ਹੁਣ ਜ਼ੋਰ ਕਾਫੀ ਲਾਉਣ ਦੀ ਵਿਦ ਕੀ ਲੋੜ ਹੈ? ਕੈਪਟਨ ਦੇ ਨਾਲ ਕੋਈ ਲੋਕ ਵੋਟਾਂ ਨਹੀਂ, ਨਹੀਂ ਮੈਂ ਪੁੱਛਾਂ ਕਿ ਪਾਉਂਦੇ। ਹੁਣ ਜ਼ੋਰ ਲਾਉਣ ਦੀ ਕੀ ਲੋੜ ਪੈਗੀ ਫਿਰ ਕੈਪਟਨ ਨੂੰ? ਹੁਣ ਬਹੁਤ ਜ਼ੋਰ ਲਾਇਆ ਗਿਆ ਕਿ ਆਜੋ ਐਡਵਾਈਜ਼ਰ ਬਣ ਜੋ ਸਾਡੇ, ਬਣਾਇਆ ਗਿਆ, ਉਦੋਂ ਬਾਅਦ ਉਹਦਾ ਪ੍ਰਸ਼ਾਂਤ ਕਾਰਨ ਕਿਸ਼ੋਰ ਹੈ, ਫਿਰ ਭੱਜ ਉਹਦਾ ਗਏ। ਇੱਕ ਕਾਰਨ ਹੈ, ਉਹਦਾ ਕਾਰਨ ਕੈਪਟਨ ਅਮਰਿੰਦਰ ਸਿੰਘ ਦਾ ਜੋ ਪਿਛਲੇ 5 ਸਾਲਾਂ 'ਚ ਕੰਮ ਕਰਨ ਦਾ ਤਰੀਕਾ, ਉਹ ਤਰੀਕਾ ਹੈਗਾ ਉਹਨਾਂ ਦਾ ਬ੍ਰਾਂਡ ਬੇਸਡ। ਉਹ ਬੜੀ ਚੰਗੀ ਬ੍ਰਾਂਡਸ ਦੀ ਸ਼ਾਪਿੰਗ ਕਰਦੇ ਨੇ ਕਿ ਬਹੁਤ ਵਧੀਆ ਨਾਮ ਜਿਹੜਾ ਐਕਸਪਰਟ ਦਾ ਹੈਗਾ, ਚਾਹੇ ਉਹ ਇਕਨੋਮਿਕਸ ਦੇ ਐਕਸਪਰਟ ਨੇ, ਚਾਹੇ ਉਹ ਹਿਸਟਰੀ ਦੇ ਐਕਸਪਰਟ ਨੇ, ਚਾਹੇ ਉਹ ਗਵਰਨੈਂਸ ਦੇ ਐਕਸਪਰਟ ਨੇ, ਉਹਨਾਂ ਨੇ ਉਹਨਾਂ ਦੇ ਕੋਲ ਜਾਣਾ ਹੈ, ਉਹਨਾਂ ਦੇ ਨਾਮ ਨੂੰ ਉਹਨੂੰ ਅਪਰੋਚ ਕਰਨਾ ਹੈ ਔਰ ਉਹਨਾਂ ਦਾ ਨਾਮ ਤੇ ਗੱਲ ਕਰਨੀ ਹੈ, ਚਾਹੇ ਕਿ ਉਹ ਬਿਲਕੁਲ ਬੇਤੁਕਾ ਉਹਦਾ ਰਿਜ਼ਲਟ ਨਿਕਲਦਾ। ਜਿਵੇਂ ਉਹਨਾਂ ਨੇ ਮੌਂਟੇਕ ਆਹਲੂਵਾਲੀਆ ਦੇ ਨਾਂ ਦੀ ਕਮੇਟੀ ਬਣਾ ਦਿੱਤੀ, ਦੁਨੀਆ ਭਰ ਦੇ ਬੈਸਟ ਇਕੋਨੋਮਿਸਟ ਉਹਦੇ 'ਚ ਦਵੇਸ਼ ਕਪੂਰ, ਨਿਰਵਿਕਾਰ ਸਿੰਘ ਲੈ ਆਂਦੇ ਔਰ ਉਸ ਕਮੇਟੀ ਨੇ ਜੋ ਰਿਪੋਰਟ ਦਿੱਤੀ ਉਹਨੂੰ ਫਿਰ ਚੁੱਲ੍ਹੇ 'ਚ ਸੁੱਟ ਦਿੱਤਾ। ਸੋ ਇਹ ਸ਼ਾਪਿੰਗ ਤਾਂ ਕਰਦੇ ਨੇ। ਅਭਿਜੀਤ ਬੈਨਰਜੀ ਦੇ ਨਾਲ ਜਿਹੜਾ ਨੋਬਲ ਪ੍ਰਾਈਜ਼ ਵਿਨਰ ਹੈਗਾ, ਜੇਪਾਲ, ਜਿਹੜੀ ਉਹਦੇ ਜਿੰਨੀਆਂ ਵੀ ਉਹਦੀਆਂ ਕਈ ਤਰ੍ਹਾਂ ਦੀਆਂ ਉਹਦੀਆਂ ਆਰਗੇਨਾਈਜੇਸ਼ਨਸ ਨੇ, ਰਿਸਰਚ ਜਿਹੜੀ ਹੈ, ਇਸੇ ਤਰ੍ਹਾਂ ਅਲੱਗ-ਅਲੱਗ ਮਤਲਬ ਇਹਨਾਂ ਦੇ ਜਿਹੜੇ ਨੇ, ਕਦੀ ਇਹ ਉਹਨੂੰ ਜਾਂਦੇ ਨੇ ਜੀ ਆਪਣਾ ਜਿੰਨੇ ਵੀ ਟੌਪ ਅਕੈਡਮੀਸ਼ੀਅਨਸ ਨੇ ਉਹਨਾਂ ਕੋਲ ਚਲੇ ਜਾਣਾ, ਪਰ ਵਿੱਚੋਂ ਨਿਕਲਣਾ ਕ੍ਰਾਈਸਿਸ ਕੀ ਹੈ ਹੁਣ ਜਦੋਂ ਜੇ ਤੁਹਾਡੇ ਕੋਲ ਵਾਕਈ ਨਿਕਲਦਾ ਇਸ ਕਰਕੇ ਕੁਝ ਨਹੀਂ ਕਿਉਂਕਿ ਜ਼ਮੀਨੀ ਹਕੀਕਤਾਂ ਨਾਲੋਂ ਇੱਕ ਬਹੁਤ ਵੱਡਾ ਗੈਪ ਆ। ਫੀਲਡ ਦੇ ਵਿੱਚ ਕੋਈ ਨਹੀਂ ਆਉਂਦਾ। ਲੋਕਾਂ ਨੂੰ ਚਾਹੀਦਾ ਕੀ ਹੈ, ਲੋਕਾਂ ਦੀ ਤਕਲੀਫ ਕੀ ਹੈ। ਪਰ ਇਸ ਗੱਲ ਲਈ ਤਾਂ ਅਕਾਲੀ ਮਾਹਰ ਮੰਨੇ ਜਾਂਦੇ ਸੀ, ਪ੍ਰਕਾਸ਼ ਸਿੰਘ ਬਾਦਲ ਸੰਗਤ ਦਰਸ਼ਨ ਦੇ ਮਾਹਰ ਮੰਨੇ ਜਾਂਦੇ ਸੀ। ਔਰ ਇਹੀ ਕਾਰਨ ਹੈ ਕਿ ਜੇ ਅਕਾਲੀਆਂ ਦੀ ਇੰਨੀ ਕੁ ਪਾਵਰ ਰਹੀ ਸੀਗੀ ਔਰ ਅੱਜ ਵੀ ਉਹ ਪਾਵਰ ਥੋੜੀ ਬਹੁਤ, ਅੱਜ ਵੀ ਕਾਂਗਰਸ ਦੇ ਉੱਤੇ ਸਭ ਤੋਂ ਵੱਡਾ ਇਲਜ਼ਾਮ ਕੀ ਆ ਕਿ ਅਸਲ ਸੱਤਾ ਤਾਂ ਅਕਾਲੀਆਂ ਕੋਲ ਆ। ਅੱਜ ਦਾ ਇਲਜ਼ਾਮ ਇਹੀ ਹੈ ਨਾ ਕਿ ਅਸਲ ਸੱਤਾ ਅਕਾਲੀਆਂ ਕੋਲ ਆ। ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਇਸ ਗੱਲ ਦਾ ਵੀ ਕਾਰਨ ਹੈ ਕਿ ਅਕਾਲੀਆਂ ਦੀ ਜ਼ਮੀਨ ਦੇ ਉੱਤੇ ਪਕੜ ਥੋੜੀ ਜਿਹੀ ਜ਼ਿਆਦਾ ਹੈਗੀ ਆ ਕੈਪਟਨ ਸਾਹਿਬ ਦੀ ਜਿਹੜੀ ਆਪਣੀ ਟੀਮ ਆ ਉਹਦੇ ਨਾਲੋਂ। ਨਹੀਂ, ਸਰਕਾਰ ਕੈਪਟਨ ਦੀ ਜ਼ਮੀਨ ਤੇ ਪਕੜ ਅਕਾਲੀਆਂ ਦੀ ਜ਼ਿਆਦਾ ਅਜੇ ਕਾਫੀ ਹੱਦ ਤੱਕ। ਔਰ ਇਹੀ ਕਾਰਨ ਹੈ ਕਿ ਜਿਹੜੇ ਕਾਂਗਰਸੀ ਐਮਐਲਏ ਆ ਉਹਨਾਂ ਦੇ ਵਿੱਚ ਰੋਸ ਵੀ ਇਸੇ ਗੱਲ ਦਾ ਹੀ ਹੈ। ਤੇ 2022 ਚ ਤੁਹਾਨੂੰ ਕੀ ਲੱਗਦਾ ਮੁੱਦੇ ਕਿਹੜੇ ਹੋਣਗੇ? ਜਿਵੇਂ ਮੰਨ ਲਓ ਦਿਖਣ ਵਾਲੇ ਮੁੱਦੇ ਨੇ ਜਿਹੜੇ ਨੰਗੀ ਅੱਖ ਨਾਲ ਦਿਖਦੇ ਨੇ, ਉਹਦੇ ਚ ਪਹਿਲਾ ਮੁੱਦਾ ਆਪਾਂ ਨਸ਼ੇ ਦਾ ਕਹਿ ਲਓ, ਦੂਜਾ ਬੇਅਦਬੀ ਦਾ ਕਹਿ ਲਓ, ਕਿਸਾਨਾਂ ਦਾ ਮੁੱਦਾ ਕਹਿ ਲਓ, ਬੇਰੁਜ਼ਗਾਰੀ ਦਾ ਮੁੱਦਾ ਕਹਿ ਲਓ। ਜੀ ਇਹ ਸਾਰੇ ਮੁੱਦੇ ਤਾਂ ਦੇਖੋ ਇਹ ਉਹੀ ਰਹਿਣਗੇ। ਰੇਤ ਮਾਫੀਆ ਦੀ ਗੱਲ ਔਰ ਬੇਰੁਜ਼ਗਾਰੀ ਇੱਕ ਬਹੁਤ ਵੱਡਾ ਅੱਜ ਦੀ ਤਰੀਕ ਦੇ ਵਿੱਚ, ਖਾਸ ਤੌਰ ਤੇ ਕੋਵਿਡ ਮਹਾਮਾਰੀ ਜਿਵੇਂ ਮੈਂ ਪੁੱਛਿਆ ਸਭ ਤੋਂ ਵੱਡਾ, ਪਹਿਲਾਂ ਤਾਂ ਸਭ ਤੋਂ ਵੱਡਾ ਮੁੱਦਾ ਕਿਹੜਾ ਹੋਏਗਾ? ਸਭ ਤੋਂ ਵੱਡਾ ਮੁੱਦਾ ਤਾਂ ਪੰਜਾਬ ਬੇਅਦਬੀ ਹੋਏਗੀ ਜਾਂ ਬੇਰੁਜ਼ਗਾਰੀ ਹੋਏਗੀ? ਪੰਜਾਬ ਦੀ ਜਿਹੜੀ ਜ਼ਮੀਨ ਦੀ ਹਕੀਕਤ ਆ, ਜੇ ਆਪਾਂ ਰੋਜ਼ ਆਪਣੇ ਘਰਾਂ ਨੂੰ ਵੇਖੀਏ ਤਾਂ ਫਿਰ ਤਾਂ ਮੁੱਦਾ ਬੇਰੁਜ਼ਗਾਰੀ ਦਾ, ਕਿਉਂਕਿ ਵਿਕਾਸ ਕੁਝ ਇਸ ਤਰ੍ਹਾਂ ਦਾ ਹੋ ਰਿਹਾ ਪੂਰੇ ਦੁਨੀਆ ਦੇ ਵਿੱਚ ਔਰ ਹਿੰਦੁਸਤਾਨ ਦੇ ਵਿੱਚ ਔਰ ਪੰਜਾਬ ਦੇ ਵਿੱਚ ਵਿਕਾਸ ਕੁਝ ਇਸ ਤਰ੍ਹਾਂ ਦਾ ਹੋ ਰਿਹਾ ਜਿਹਨੂੰ ਅਸੀਂ ਕਹਿੰਦੇ ਜੌਬਲੈਸ ਗਰੋਥ, ਕਿ ਆਰਥਿਕਤਾ ਦੀ ਦਰ ਵੀ ਵੱਧ ਹੋ ਰਹੀ ਹੈ, ਪੈਸਾ ਵੀ ਆ ਰਿਹਾ, ਪਰ ਲੋਕਾਂ ਨੂੰ ਜੌਬਸ ਨਹੀਂ ਮਿਲ ਰਹੀਆਂ, ਨੌਕਰੀਆਂ ਨਹੀਂ ਮਿਲ ਰਹੀਆਂ। ਹੁਣ ਦੂਜੇ ਪਾਸੇ ਇਹ ਵੀ ਗੱਲ ਕੀਤੀ ਜਾਂਦੀ ਕਿ ਹੁਣ ਜੀ ਕੈਪਟਨ ਸਾਹਿਬ ਨੇ ਹਜ਼ਾਰਾਂ ਜੌਬਸ ਜਿਹੜੀਆਂ ਨੇ ਓਪਨ ਕੀਤੀਆਂ, ਪਰ ਇਹ ਜੌਬਸ ਬੜੀਆਂ ਹੀ ਗੈਰ ਪ੍ਰੋਫੈਸ਼ਨਲ ਤਰੀਕੇ ਨਾਲ ਓਪਨ ਕੀਤੀਆਂ ਕਿ ਜਾਂਦੇ ਜਾਂਦੇ ਤੁਸੀਂ 2-3 ਮਹੀਨੇ ਦੇ ਸਮੇਂ ਦੇ ਵਿੱਚ, ਜਦੋਂ ਕਿ ਪ੍ਰੋਪਰਲੀ ਟੈਸਟ ਕੰਡਕਟ ਨਹੀਂ ਕੀਤੇ ਜਾ ਸਕਦੇ, ਬਕਾਇਦਾ ਨਿਆਂ ਸੰਗਤ ਤਰੀਕੇ ਦੇ ਨਾਲ ਲੋਕਾਂ ਨੂੰ ਜਿਹੜਾ ਉਹਨਾਂ ਦੀ ਸਿਲੈਕਸ਼ਨ ਨਹੀਂ ਕੀਤੀ ਜਾ ਸਕਦੀ, ਤੇ ਜਾਂਦਿਆਂ ਇੱਕ ਜਲਦਬਾਜ਼ੀ ਦੇ ਵਿੱਚ ਇਸ ਤਰ੍ਹਾਂ ਦੀਆਂ ਜੌਬਸ ਓਪਨ ਕਰਨਾ ਔਰ ਪਿਛਲੇ 4-4.5 ਸਾਲ ਜਿਹੜੇ ਆ ਉਹ ਬਿਲਕੁਲ ਸੌਂ ਕੇ ਗੁਜ਼ਾਰ ਦੇਣੇ, ਇਹ ਇੱਕ ਸਿਆਸੀ ਇਮੈਚਿਓਰਿਟੀ ਦੀ ਇੱਕ ਰਹੀ ਹੈ ਕੈਪਟਨ ਸਰਕਾਰ ਦੀ, ਜਿਹੜੀ ਹੈ ਉਹ ਨਿਸ਼ਾਨੀ ਰਹੀ ਹੈ। ਜਿਵੇਂ ਕਈ ਵਾਰ ਇਹ ਕਿਹਾ ਜਾਂਦਾ ਕਿ ਜਿਵੇਂ ਇਸ਼ੂ ਬੇਅਦਬੀ ਦਾ ਇਸ਼ੂ ਹੈ, ਜਿਵੇਂ ਮੰਨ ਲਓ ਬੇਅਦਬੀ ਦੇ ਇਸ਼ੂ ਤੇ VOTING ਤੇ 17 ਚ ਵੀ ਨਹੀਂ ਹੋਈ ਹੋਣੀ, ਹਰ ਘਰ ਨੇ ਤਾਂ ਬੇਅਦਬੀ ਤੇ VOTING ਕੀਤੀ। ਵੈਸੇ ਹਿੰਦੂਵਾਦੀ ਦਾ ਵੀ ਇੱਕ ਵੱਡਾ ਹਿੱਸਾ, ਸਿੱਖਾਂ ਚ ਵੀ ਹਰ ਬੰਦੇ ਨੇ, ਤਾਂ ਐ ਨਹੀਂਗਾ ਕਿ VOTING ਬੇਅਦਬੀ ਦੇਖ ਕੇ ਹੋ ਰਹੀ, ਪਰ ਪਰਸੈਪਸ਼ਨ ਬੇਅਦਬੀ ਚ ਅਕਾਲੀ ਦਲ ਦੇ ਖਿਲਾਫ ਸੀ, ਇਸ ਕਰਕੇ ਅਕਾਲੀ ਦਲ ਦਾ ਨੁਕਸਾਨ ਹੋਇਆ। ਦੇਖੋ ਉਹਦੇ ਵਿੱਚ ਐਤਕੀ ਉਹ ਪਰਸੈਪਸ਼ਨ ਚ ਕੈਪਟਨ ਵੀ ਆ ਗਏ, ਕਿਉਂਕਿ ਪੋਲਿਟਿਕਸ ਬਾਰੇ ਕਹਿੰਦਾ ਪੋਲਿਟਿਕਸ ਇਜ਼ ਆਲ ਅਬਾਊਟ ਪਰਸੈਪਸ਼ਨ। ਬਿਲਕੁਲ ਪਰਸੈਪਸ਼ਨ ਦੀ ਗੱਲ ਹੈ। ਇਹਦੇ ਵਿੱਚ ਇੱਕ ਮੁਸ਼ਕਿਲ ਜਿਹੜੀ ਹੈ, ਬੇਅਦਬੀ ਇੱਕ ਇੰਤਹਾਈ ਜਟਲ ਮੁੱਦਾ ਹੈਗਾ, ਇੰਤਹਾਈ ਜਟਲ, ਉਹ ਸਿੱਧਾ ਮੁੱਦਾ ਨਹੀਂ ਹੈਗਾ। ਇਹਦੇ ਵਿੱਚ ਜਟਲਤਾ ਸਭ ਤੋਂ ਪਹਿਲੀ ਤੇ ਇਹ ਹੈਗੀ ਹੈ ਕਿ ਕੁਝ ਪੋਲੀਟੀਕਲ ਲੀਡਰਸ ਨੇ ਆਪਣੇ ਆਪ ਹੀ ਕੁਝ ਪੋਲੀਟੀਕਲ ਲੀਡਰਸ ਨੂੰ ਕਸੂਰਵਾਰ ਬਣਾ ਦਿੱਤਾ ਕਿ XYZ ਜਿਹੜੇ ਆ ਬੰਦੇ ਹੈਗੇ ਆ ਜੀ, ਇਹ ਕਸੂਰਵਾਰ ਨੇ, ਇਹਨਾਂ ਨੂੰ ਜੇਲ੍ਹਾਂ 'ਚ ਸੁੱਟੋ, ਜਦ ਕਿ ਜੁਡੀਸ਼ੀਅਲ ਪ੍ਰੋਸੈਸ ਜਿਹੜਾ ਅਜੇ ਇਨਕੰਪਲੀਟ ਹੈ। ਠੀਕ ਹੈ, ਜੁਡੀਸ਼ੀਅਲ ਪ੍ਰੋਸੈਸ ਇਨਕੰਪਲੀਟ ਹੈ।
ਔਰ ਇਹ ਆਪ ਹੀ ਜੱਜ ਬਣ ਕੇ ਕਹਿੰਦੇ ਜੀ ਉਹਨਾਂ ਨੂੰ ਜੇ ਤੁਸੀਂ ਜੇਲ੍ਹ 'ਚ ਨਹੀਂ ਸੁੱਟਦੇ ਤੇ ਸਾਡੀ ਜੰਗ ਜਾਰੀ ਰਹੇਗੀ, ਸਾਡੀ ਬੇਇਨਸਾਫੀ ਜਿਹੜੀ ਹੈ ਸਾਡੀ ਜੰਗ ਜਾਰੀ ਰਹੇਗੀ, ਜਾਂ ਸਾਡਾ ਜਿਹੜਾ ਉਹ ਮੁੱਦਾ ਮੁਕੰਮਲ ਨਹੀਂ ਹੈਗਾ। ਇਹਨਾਂ ਪੋਲੀਟੀਕਲ ਲੀਡਰਸ਼ਿਪ ਜਿਹੜੀ ਇਸ ਤਰ੍ਹਾਂ ਦੀ ਗੱਲ ਕਰਦੀ ਹੈ, ਉਹਨਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਕਿ ਇਹ ਬੜੇ ਹੀ ਸੰਵੇਦਨਸ਼ੀਲ ਮੁੱਦੇ ਨੇ ਔਰ ਇਹਦੇ ਵਿੱਚ ਜੁਡੀਸ਼ੀਅਲ ਪ੍ਰੋਸੈਸ ਜਿਹੜਾ ਹੈਗਾ ਔਰ ਬੜੀਆਂ ਜਿਹੜੀਆਂ ਇਨਵੈਸਟੀਗੇਸ਼ਨਸ ਨੇ ਹੋਈਆਂ ਵੀ ਨੇ, ਅੱਗੇ ਵੀ ਹੋਣੀਆਂ ਨੇ, ਔਰ ਇਨਸਾਫ ਤਾਂ ਇਹਦਾ ਜ਼ਰੂਰ ਮਿਲਣਾ। ਲੇਕਿਨ ਇਹ ਹੈ ਕਿ ਉਹਦੇ ਵਿੱਚ ਆਪ ਜੱਜ ਬਣ ਕੇ ਬਹਿ ਜਾਣਾ ਕਿ ਜੀ ਫਲਾਣਾ ਕਸੂਰਵਾਰ ਹੈ ਉਹਨੂੰ ਜੇਲ੍ਹ 'ਚ ਸੁੱਟੋ ਜਾਂ ਫਲਾਣਾ ਨਹੀਂ ਹੈਗਾ, ਉਹਦੀ ਗੱਲ ਕਰਨੀ ਉਹ ਬੜੀ ਖਤਰਨਾਕ ਹੈ। ਇਸ ਤਰ੍ਹਾਂ ਦੀਆਂ ਗੱਲਾਂ ਪਾਕਿਸਤਾਨ ਵਿੱਚ ਹੋ ਚੁੱਕੀਆਂ ਨੇ। ਖਾਦਮ ਹੁਸੈਨ ਰਿਜ਼ਵੀ ਨਾਮ ਦੇ ਸ਼ਖਸ ਨੇ ਜੋ ਉੱਥੇ ਤਹਿਰੀਕ-ਏ-ਲਬਾਇਕ ਬਣਾਈ ਔਰ ਉਹਦਾ ਬੜਾ ਨੁਕਸਾਨ ਹੋਇਆ ਪਾਕਿਸਤਾਨ ਦੇ ਆਮ ਲੋਕਾਂ ਨੂੰ। ਸੋ ਇੱਥੇ ਜਿਹੜਾ ਵੀ ਬੇਅਦਬੀ ਦੀ ਰਾਜਨੀਤੀ ਕਰਦਾ ਉਹ ਖੁਦ ਬੇਅਦਬੀ ਦੇ ਲਗਭਗ ਨੇੜੇ ਪਹੁੰਚ ਜਾਂਦਾ। ਉਹ ਵੀ ਇੱਕ ਬੇਅਦਬੀ ਦਾ ਹੀ ਅਮਲ ਹੈ, ਬੇਅਦਬੀ ਦੇ ਨਾਂ ਉੱਤੇ ਸਿਆਸੀ ਰੋਟੀਆਂ ਸੇਕਣੀਆਂ ਜਿਹੜੀ। ਤਾਂ ਕੀ ਲੱਗਦਾ ਫਿਰ ਤੁਹਾਨੂੰ ਇਹ ਇਸ਼ੂ ਕਿਹਨੂੰ ਡੈਮੇਜ ਕਰੇਗਾ? ਇਸ਼ੂ ਦਾ ਫਾਇਦਾ ਆਪ ਨੂੰ ਮਿਲੇਗਾ? ਅਕਾਲੀ ਦਲ ਨੂੰ ਤਾਂ ਇੱਕ ਵਾਰ ਡੈਮੇਜ ਕਰਤਾ, ਕਾਂਗਰਸ ਨੂੰ ਡੈਮੇਜ ਕਰੇਗਾ ਜਾਂ ਕਿਸੇ ਨੂੰ ਨਹੀਂ ਕਰੇਗਾ? ਪੰਜਾਬ ਦੀ ਔਰ ਪੂਰੇ ਵੈਸੇ ਤੇ ਪੂਰੀ ਦੁਨੀਆ ਦੀ, ਲੇਕਿਨ ਪੰਜਾਬ ਦੀ ਇੱਕ ਹਕੀਕਤ ਹੈ ਕਿ ਜਿਸ ਨੂੰ ਅਸੀਂ ਕਹਿੰਦੇ ਹਾਂ ਰਿਲੀਜੀਅਸ ਪਲੂਰਲਿਜ਼ਮ, ਧਾਰਮਿਕ ਜਿਹੜੀ ਹੈ ਵੰਨ ਸੁਵੰਨਤਾਵਾਦ ਜਿਹੜਾ ਹੈਗਾ, ਲੋਕ ਧਰਮ ਵੀ ਹੈ, ਡੇਰੇ ਵੀ ਨੇ, ਹਰ ਤਰ੍ਹਾਂ ਦੀਆਂ ਚੀਜ਼ਾਂ ਨੇ। ਤੁਸੀਂ ਉਸ ਹਕੀਕਤ ਨੂੰ ਤੋਂ ਮੁਨਕਰ ਨਹੀਂ ਹੋ ਸਕਦੇ, ਚਾਹੇ ਜਿੰਨਾ ਮਰਜ਼ੀ ਉਹਨੂੰ ਨਾਪਸੰਦ ਕਰੋ। ਰਿਲੀਜੀਅਸ ਪਲੂਰਲਿਜ਼ਮ ਰਹੇਗਾ, ਇਹਨੂੰ ਖਤਮ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਜਿਹੜੀਆਂ ਇਹ ਗੱਲਾਂ ਨੇ ਇੱਕ ਧਿਰ ਬਾਰੇ ਕਿ ਫਲਾਣਾ ਕਸੂਰਵਾਰ ਹੈ ਫਲਾਣਾ ਕਸੂਰਵਾਰ ਨਹੀਂ ਹੈਗਾ, ਉਹ ਇਲੈਕਟੋਰਲ ਪੋਲਿਟਿਕਸ 'ਚੋਂ ਡੈਮੇਜ ਕਰਦੀਆਂ ਨੇ। ਇਲੈਕਟੋਰਲ ਪੋਲਿਟਿਕਸ ਦੇ ਵਿੱਚ ਇਹੀ ਹੋਣਾ ਚਾਹੀਦਾ ਕਿ ਧਰਮ ਦੇ ਮੁੱਦੇ ਤੇ ਮੱਥਾ ਟੇਕ ਕੇ ਹੀ ਗੱਲ ਕਰਨੀ ਚਾਹੀਦੀ ਹੈ ਕਿ ਸਰਬ ਸਾਂਝੀਵਾਲਤਾ ਵਾਲੀ ਜਿਹੜੀ ਗੱਲ ਹੈ ਉਹੀ ਠੀਕ ਹੈ। ਔਰ ਰਾਜਨੀਤੀ ਦਾ ਇੱਕ ਵੱਖਰਾ ਧਰਮ ਹੈ, ਰਾਜਨੀਤੀ ਦਾ ਵੱਖਰਾ ਧਰਮ ਹੈ, ਤੇ ਰਾਜਨੀਤੀ ਦੇ ਵਿੱਚ ਧਰਮ ਜਿਹੜਾ ਔਰ ਇੱਕ ਪੰਥ ਜਿਹੜੇ ਆ ਉਹਨੂੰ ਲਿਆ ਕੇ ਉਹਦੀ ਸਿਆਸੀ ਵਰਤੋਂ ਕਰਨੀ, ਔਰ ਜਿਹਨੇ ਕੀਤੀ ਆ ਉਹਦਾ ਫਿਰ ਨੁਕਸਾਨ ਹੋਇਆ। ਅਕਾਲੀ ਦਲ ਨੂੰ ਵੀ ਉਦੋਂ ਹੀ ਪੋਲੀਟੀਕਲ ਮੈਜੋਰਿਟੀ ਮਿਲੀ ਹੈ ਜਦੋਂ ਇਹਨਾਂ ਨੇ ਫਿਰ ਧਰਮ ਬਾਰੇ ਕਿਹਾ ਕਿ ਠੀਕ ਹੈ ਜੀ ਅਸੀਂ ਧਰਮ ਦੇ ਨਾਲ ਨਾਲ ਪੰਜਾਬ ਦੀ ਵੀ ਗੱਲ ਕਰਾਂਗੇ। ਇਹ ਗੱਲ ਹੋ ਸਕਦਾ ਕਿ ਇਹ ਧਰਮ ਇੱਕ ਦੋ ਧਾਰੀ ਤਲਵਾਰ ਹੈ, ਕੁਝ ਲੋਕਾਂ ਨੂੰ ਇੱਕ ਥਾਂ ਇਕੱਠਿਆਂ ਕਰਦੀ ਹੈ, ਦੂਜਿਆਂ ਨੂੰ ਉਹਨਾਂ ਦੇ ਵਿਰੁੱਧ ਕਰਦੀ ਹੈ। ਇਹ ਮਸਲਾ ਕੋਈ ਵੀ ਆਇਡੈਂਟੀਟੀ ਪੋਲਿਟਿਕਸ ਹੈ ਉਹ ਇਸੇ ਤਰ੍ਹਾਂ ਹੁਣ ਜਿਵੇਂ ਦਲਿਤ ਰਾਜਨੀਤੀ ਦੀ ਗੱਲ ਕੀਤੀ ਜਾ ਰਹੀ, ਇਹ ਦੋ ਧਾਰੀ ਤਲਵਾਰ ਉਧਰ ਵੀ ਜਿਹੜੀ ਆ ਕੰਮ ਕਰਨ ਜਾ ਰਹੀ ਹੈ ਕਿ ਪੰਜਾਬ ਦਾ। ਪਰ ਇਹ ਤਾਂ ਹੁੰਦਾ ਨਾ ਕਿ ਜਿਹੜੇ ਮਾਰਜਨਲ ਸੈਕਸ਼ਨਾਂ ਨੂੰ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਅਲਟਰਾ ਰਾਈਟ ਵਿੰਗ ਫੋਰਸ ਆਉਂਦੀ ਹੈ ਪੂਰੀ ਦੁਨੀਆ 'ਚ, ਟਰੰਪ ਆ ਚਾਹੇ ਹੋਰ ਥਾਵਾਂ ਤੇ ਅਸੀਂ ਦੇਖਿਆ, ਜਿਹੜੇ ਮਾਰਜਨਲ ਸੈਕਸ਼ਨ ਨੇ, ਜੇ ਔਰਤਾਂ ਨੇ, ਕਾਲੇ ਹੋਣ ਜਾਂ ਦਲਿਤ ਹੋਣ ਜਾਂ ਮਤਲਬ ਉਹ ਭਾਈਚਾਰੇ ਜਿਹੜੇ ਹਾਸ਼ੀਏ ਤੇ ਪਏ ਉਹਨਾਂ ਨੂੰ ਪੋਲਰਾਈਜ਼ ਕਰਨ ਦੀ ਕੋਸ਼ਿਸ਼ ਕਰਦੀ ਹੈ ਔਰ ਹੁੰਦੇ ਵੀ ਆ ਉਹ। ਬਿਲਕੁਲ ਮੋਦੀ ਦੀ ਰਣਨੀਤੀ ਵੀ ਹਮੇਸ਼ਾ ਹੀ ਰਹੀ ਉੱਤਰ ਪ੍ਰਦੇਸ਼ ਦੇਖ ਲਓ, ਬਿਲਕੁਲ ਇਹ ਉਹਨਾਂ ਦੀ ਜੋ ਸੋਸ਼ਲ ਇੱਥੇ ਵੀ ਉਹ ਸੋਸ਼ਲ ਇੰਜੀਨੀਅਰਿੰਗ ਇੱਥੇ ਵੀ ਤਾਂ ਕਰਨਗੇ ਪੰਜਾਬ 'ਚ ਕੋਸ਼ਿਸ਼ ਹੈ। ਜਿਵੇਂ ਸੁਖਬੀਰ ਜਿਵੇਂ ਹਿੰਦੂ ਤੇ ਮਤਲਬ ਦਲਿਤ ਦੀ ਪੋਲਰਾਈਜੇਸ਼ਨ ਕਰਨਗੇ। ਬਿਲਕੁਲ ਜਿਵੇਂ ਹੁਣ ਇਹਨਾਂ ਨੇ ਦਲਿਤ ਸੀਐਮ ਦੀ ਗੱਲ ਕੀਤੀ ਜਾਂ ਦਲਿਤ ਡਿਪਟੀ ਸੀਐਮ ਦੀ ਗੱਲ ਕੀਤੀ, ਜੋ ਵੀ ਉਹਨਾਂ ਦੀ ਪੋਜੀਸ਼ਨ ਹੈ, ਉਹਦੇ ਵਿੱਚ ਇੱਕ ਗੱਲ ਨੂੰ ਭੁੱਲਦੇ ਆ ਕਿ ਜੇ ਪੰਜਾਬ ਦੇ ਵਿੱਚ ਜਿਹੜਾ ਵੀ ਚੀਫ ਮਿਨਿਸਟਰ ਹੋਇਆ, ਹਕੀਕਤ ਇਹ ਹੈ, ਪਰਸੈਪਸ਼ਨ ਜੋ ਮਰਜ਼ੀ ਹੋਵੇ, ਹਕੀਕਤ ਇਹ ਹੈ ਕਿ ਉਹਦੀ ਜਾਤ ਵੇਖ ਕੇ ਉਹਨੂੰ ਚੀਫ ਮਿਨਿਸਟਰ ਨਹੀਂ ਬਣਾਇਆ ਜਾਂਦਾ। ਉਹ ਚੀਫ ਮਿਨਿਸਟਰ ਬਣਦਾ ਕਿਉਂਕਿ ਉਸ ਵੇਲੇ ਦਾ ਜੋ ਕੰਬੀਨੇਸ਼ਨ ਹੈ, ਉਹਦੀ ਜੋ ਪੋਲੀਟੀਕਲ ਸਪੋਰਟ ਬੇਸ ਹੈ, ਐਮਐਲਏ ਉਹਨੂੰ ਸਪੋਰਟ ਕਰ ਰਹੇ ਨੇ, ਉਹ ਪਾਰਟੀ ਦਾ ਪ੍ਰਧਾਨ ਹੈ, ਉਹਨੂੰ ਪਾਰਟੀ ਹਾਈ ਕਮਾਂਡ ਨੇ ਮੁੱਖ ਮੰਤਰੀ ਦਾ ਚੇਅਰ ਡਿਕਲੇਅਰ ਕੀਤਾ, ਇਸ ਕਰਕੇ ਉਹ ਬੰਦਾ ਸੀਐਮ ਬਣਦਾ। ਪਰ ਇਹ ਰਾਜਨੀਤੀ 'ਚ ਕਦੇ ਐਂ ਤਾਂ ਨਹੀਂ ਹੁੰਦਾਗਾ ਕਿ ਜੋ ਪਹਿਲਾਂ ਵਾਪਰਿਆ ਹੋਇਆ ਹਿਸਟਰੀ 'ਚ ਉਹੀ ਹੁਣ ਵਾਪਰੇ। ਰਾਜਨੀਤੀ 'ਚ ਤਾਂ ਨਵੇਂ ਤਰੀਕੇ ਨਾਲ ਚੀਜ਼ਾਂ ਵਾਪਰਦੀਆਂ ਨਾ। ਮੋਦੀ ਦਾ ਫੈਨੋਮੀਨਾ ਇੱਕ ਨਿਊ ਫੈਨੋਮੀਨਾ ਸੀ, ਕਿਸੇ ਨੇ ਇਮੇਜਿਨ ਹੀ ਨਹੀਂ ਕੀਤਾ ਸੀ ਕਿ ਮਾਇਆਵਤੀ ਦੀ ਜ਼ੀਰੋ ਸੀਟ ਆਏਗੀ ਉੱਤਰ ਪ੍ਰਦੇਸ਼ 'ਚ। ਰਾਜਨੀਤੀ ਦਾ ਮਤਲਬ ਹੀ ਸੰਭਾਵਨਾ ਹੈਗੀ ਆ, ਜਿਹੜੀ ਸੰਭਾਵਨਾ ਹੈ ਨਾ ਉਹੀ ਰਾਜਨੀਤੀ ਹੈ। ਤੇ ਜਿਹੜੀ ਗੱਲ ਅਸੀਂ ਇਹ ਕਰਦੇ ਹਾਂ ਕਿ ਜਿਵੇਂ ਇਹਨਾਂ ਨੇ ਕਿ ਪੰਜਾਬ ਦੇ ਵਿੱਚ ਇੱਕ ਆਮ ਪਰਸੈਪਸ਼ਨ ਜਿਹੜੀ ਉਹ ਬਣਾ ਦਿੱਤੀ ਗਈ ਕਿ ਇੱਥੇ ਜੱਟ ਸਿੱਖ ਜਿਹੜਾ ਉਹ ਚੀਫ ਮਿਨਿਸਟਰ ਹੋਏਗਾ, ਇਹ ਪੂਰੀ ਸੱਚਾਈ ਨਹੀਂ ਗੀ। ਗਿਆਨੀ ਗੁਰਮੁਖ ਸਿੰਘ ਮੁਸਾਫਰ, ਗਿਆਨੀ ਜ਼ੈਲ ਸਿੰਘ ਇੱਥੇ ਚੀਫ ਮਿਨਿਸਟਰ ਰਹੇ ਨੇ ਪੰਜਾਬੀ ਸੂਬਾ ਬਣਨ ਤੋਂ ਬਾਅਦ, ਔਰ ਦੂਸਰੇ ਬਾਅਦ ਜਿਹੜੇ ਇੱਥੋਂ ਦਾ 10 ਸਾਲ ਦੇ ਚੀਫ ਮਿਨਿਸਟਰ ਜਾਂ ਪ੍ਰਕਾਸ਼ ਸਿੰਘ ਬਾਦਲ ਨੇ ਜਾਂ ਕੈਪਟਨ ਅਮਰਿੰਦਰ ਸਿੰਘ ਨੇ, ਇਹਨਾਂ ਦੀ ਪਹਿਚਾਣ ਲੋਕਾਂ ਦੇ ਵਿੱਚ ਜੱਟ ਸਿੱਖ ਹੋਣ ਦਾ ਤੇ ਨਹੀਂ ਹੈਗੀ। ਪ੍ਰਕਾਸ਼ ਸਿੰਘ ਬਾਦਲ ਅਕਾਲੀਆਂ ਦੇ ਬਹੁਤ ਪੁਰਾਣੇ ਸਿਆਸਤਦਾਨ, ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਆ ਉਹ ਹੈਸੀਅਤ, ਉਹ ਆਪਣੀ ਪਾਵਰ ਜੱਟ ਸਿੱਖ ਚੋਂ ਗੇਨ ਨਹੀਂ ਕਰਦੇ। ਸਾਡੀ ਜਿਹੜੀ ਰਾਜਨੀਤੀ ਹੈ ਇਸ ਵੇਲੇ ਉਹਦੇ 'ਚ ਇੱਕ ਚਿੰਤਾਜਨਕ ਪੱਖ ਇਹ ਡਿਵੈਲਪਮੈਂਟ ਹੋਈ ਹੈ ਕਿ ਚੀਫ ਮਿਨਿਸਟਰ ਤੋਂ ਬਾਅਦ ਜਿਹੜੇ ਉਹਦੇ ਮੈਂਬਰ ਕੈਬਨਿਟ ਨੇ
ਉਹਨਾਂ ਨੂੰ ਤਾਂ ਇੱਕ ਬਿਲਕੁਲ ਜਿਹੜਾ ਉਹਨਾਂ ਦੀ ਕੋਈ ਪਹਿਚਾਣ ਨਹੀਂ ਰਹੀ। ਅੱਜ ਦੀ ਤਰੀਕ 'ਚ ਜੇ ਕਾਂਗਰਸ ਦਾ ਕ੍ਰਾਈਸਿਸ ਹੈ ਉਹ ਵੀ ਇਸ ਗੱਲ 'ਚੋਂ ਹੀ ਨਿਕਲਦਾ, ਜੇ ਐਨਡੀਏ ਦਾ ਕ੍ਰਾਈਸਿਸ ਹੈ ਉਹ ਵੀ ਇਸ ਗੱਲ 'ਚੋਂ ਹੀ ਨਿਕਲਦਾ ਕਿ ਇੱਕ ਕੈਬਨਿਟ ਮਿਨਿਸਟਰ ਜਿਹੜਾ, ਮੈਂ ਆਪਣੀ ਤੁਹਾਨੂੰ ਸੋਚ ਦੱਸਦਾ ਕਿ ਜਿਸ ਵੇਲੇ ਮੈਂ ਚੀਫ ਸੈਕਟਰੀ ਦੀ ਟਵਿੱਟਰ ਹੈਂਡਲ ਤੋਂ ਦੇਖਦਾ ਕਿ ਜੀ ਮਿਨਿਸਟਰ ਜਿਹੜਾ ਉਹਨੇ ਕੈਬਨਿਟ ਮਿਨਿਸਟਰ ਨੇ ਕੋਈ ਮੀਟਿੰਗ ਪ੍ਰੈਜ਼ਾਈਡ ਕੀਤੀ ਤੇ ਉਹਦੇ ਨਾਲ ਐਡੀਸ਼ਨਲ ਚੀਫ ਸੈਕਟਰੀ ਬੈਠਾ, ਤੇ ਮੈਨੂੰ ਹੈਰਾਨੀ ਹੁੰਦੀ ਆ ਕਿ ਚਲੋ ਇਹਦੀ ਵੀ ਥੋੜੀ ਜਿਹੀ ਵੁਕਤ ਅੱਜ ਇਹਨਾਂ ਨੂੰ ਯਾਦ ਆਈ। ਅਦਰਵਾਈਜ਼ ਮਿਨਿਸਟਰਾਂ ਦੀ ਇਹ 'ਚ ਕੋਈ ਦੋ ਰਾਏ ਨਹੀਂ ਹੈ ਕਿ ਮਿਨਿਸਟਰਾਂ ਕੋ ਪਾਵਰ ਬਹੁਤ ਹੈ, ਦੋ ਡਿਪਾਰਟਮੈਂਟ ਹਰ ਮਿਨਿਸਟਰ ਕੋਲ ਹੈ, ਬੜੇ ਪਾਵਰਫੁਲ ਮਿਨਿਸਟਰੀ ਚਲਾਉਂਦੇ ਅਫਸਰ ਹੀ, ਪਰ ਉਹਨਾਂ ਦੀ ਹੈਸੀਅਤ ਕੋਈ ਨਹੀਂ ਹੈਗੀ। ਪਬਲਿਕ ਦੀ ਨਜ਼ਰ 'ਚ, ਮੀਡੀਆ ਦੀ ਨਜ਼ਰ 'ਚ ਬੜਾ ਘੱਟ ਹੁੰਦਾ ਕਿ ਉਹ ਇਹਨਾਂ ਨੂੰ ਇੰਨੀ ਦਲੇਰੀ ਤਾਂ ਕਰਦੇ ਨੇ ਕਿ ਉਹ ਕੈਪਟਨ ਸਾਹਿਬ ਦੇ ਖਿਲਾਫ ਬਿਆਨ ਦੇ ਦੇਣ, ਪਰ ਆਪਣੀ ਮਿਨਿਸਟਰੀ ਬਾਰੇ ਆਪ ਕੋਈ ਗੱਲ ਕਰਨੀ, ਇੰਨੀ ਦਲੇਰੀ ਉਹਨਾਂ ਤੋਂ ਘੱਟ ਹੀ ਵੇਖੀ ਹੈ। ਪਾਲਿਸੀ ਮੈਂ ਹੁਣ ਇਸ ਗੱਲ ਦੇ ਉੱਤੇ ਆਉਣਾ, ਮੰਨ ਲਓ 4 ਸਵਾਲ ਜਿਹੜੇ ਮੇਜਰ ਨੇ। ਸਭ ਤੋਂ ਪਹਿਲਾਂ ਮੈਂ ਪੁੱਛਦਾ, ਜੇ ਬੀਜੇਪੀ ਜਿੱਤ ਸਕਦੀ ਹੈ ਇੱਥੇ ਤਾਂ ਕਿਵੇਂ ਜਿੱਤ ਸਕਦੀ ਹੈ? ਜੇ ਬੀਜੇਪੀ ਹਾਰਦੀ ਹੈ, ਬੀਜੇਪੀ ਦਾ ਤਾਂ ਹਾਰਨ ਦਾ ਇਸ ਕਰਕੇ ਮੰਨਿਆ ਰਿਹਾ ਕਿ ਸਾਰਾ ਕਿਸਾਨ ਸਿੱਖ ਉਹਦੇ ਐਂਟੀ ਨੇ, ਜਿਨ੍ਹਾਂ ਦੀ ਵੱਡੀ ਆਬਾਦੀ ਹੈ, 31-32% ਕਿਸਾਨੀ ਤੇ ਨਿਰਭਰ ਨੇ ਲੋਕ, ਜਿਹੜੇ ਅਦਰ ਪਾ ਲਓ, ਜੇ ਆਪਾਂ ਵਪਾਰੀ ਪਾ ਲਓ, ਸਾਰੇ ਵਪਾਰੀ ਵੀ ਉਹਨਾਂ ਦੇ ਐਂਟੀ ਨੇ, ਆੜਤੀ ਹੈ ਜਿਵੇਂ ਬੀਜੇਪੀ ਦੇ ਐਂਟੀ ਹੋਏ ਪਏ ਨੇ ਹਿੰਦੂ ਧਰਮ ਚੋਂ ਹੀ। ਬੀਜੇਪੀ ਜੇ ਹਾਰਦੀ ਹੈ ਤਾਂ ਕਿਵੇਂ ਹਾਰਦੀ ਹੈ, ਜੇ ਜਿੱਤ ਸਕਦੀ ਹੈ ਤਾਂ ਕਿਵੇਂ ਜਿੱਤ ਸਕਦੀ ਹੈ? ਬੀਜੇਪੀ ਦੇ ਨਾਲ ਮੈਂ ਤੁਹਾਨੂੰ ਚਾਰੇ ਮੇਜਰ ਜਿਹੜੀਆਂ ਪੋਲੀਟੀਕਲ ਗਰੁੱਪਸ ਨੇ ਉਹਨਾਂ ਦੀ ਜਿਹੜੀ ਮੇਰੀ ਸਮਝ ਬਣੀ ਹੈ, ਬਿਲਕੁਲ ਮੇਰੀ ਆਪਣੀ, ਜਿਹੜੀ ਮੈਂ ਇਹ ਨਹੀਂ ਕਹਿੰਦਾ ਜੋ ਹਿੰਦੂ ਤੇ ਦਲਿਤ ਨੂੰ ਤਾਂ ਪੋਲਰਾਈਜ਼ ਕਰਨ ਨੂੰ ਫਿਰਦੇ ਨੇ, ਮੇਰੀ ਸਮਝ ਇਹ ਬਣੀ ਹੈ ਖੜਾ ਹੋ ਜਾਊਗਾ, ਦਲਤਾਂ ਨੂੰ ਅਸੀਂ ਪੋਲਰਾਈਜ਼ ਕਰਾਂਗੇ, ਦਲਤਾਂ ਦੇ ਇੱਕ ਹਿੱਸੇ ਨੂੰ। ਬੀਜੇਪੀ ਦੇ ਨਾਲ ਮੇਰੀ ਸਮਝ ਸਾਰੀਆਂ ਹੀ ਪੋਲੀਟੀਕਲ ਪਾਰਟੀਆਂ ਬਾਰੇ 2022 ਦੀ ਇਹ ਬਣੀ ਹੈ ਕਿ ਅਕਾਲੀ ਦਲ ਨੂੰ ਇਰਰੈਲੇਵੈਂਟ ਨਾ ਮੰਨੋ, ਨੰਬਰ 1। ਬੀਜੇਪੀ ਨੂੰ ਅੰਡਰ ਐਸਟੀਮੇਟ ਨਾ ਕਰੋ, ਤੇ ਆਮ ਆਦਮੀ ਪਾਰਟੀ ਨੂੰ ਓਵਰ ਐਸਟੀਮੇਟ ਨਾ ਕਰੋ, ਤੇ ਕਾਂਗਰਸ ਦੇ ਕਲੇਸ਼ ਵਿੱਚੋਂ ਜ਼ਿਆਦਾ ਖੁਸ਼ੀ ਮਨਾਉਣ ਦੀ ਲੋੜ ਨਹੀਂ ਹੈ ਕਿ ਇਹ ਕਲੇਸ਼ ਪਿਆ ਤੇ ਖਤਮ ਹੋ ਜਾਏਗੀ। ਇਹਦਾ ਕਲੇਸ਼ ਜਿਹੜਾ ਜਿਸ ਦਿਨ, ਇਹਦੀ ਸਿੰਪਲ ਜੀ ਗੱਲ ਹੈਗੀ ਆ ਕਿ ਵਲਟੋਆ ਹਲਕੇ ਦੀ ਖੇਮਕਰਨ ਜਿਹੜਾ ਉਹ ਗੁਰਚੇਤ ਭੁੱਲਰ ਦੇ ਬੇਟੇ ਨੂੰ ਜਦੋਂ ਸੁਖਪਾਲ ਨੂੰ ਟਿਕਟ ਦਿੱਤੀ ਗਈ ਸੀ ਤੇ ਉਹਦਾ ਭਰਾ ਤੇ ਉਹਦਾ ਬਾਪ ਦੋਨੇ ਹੀ ਉਹਦੇ ਖਿਲਾਫ ਹੋ ਗਏ ਸੀ, ਫਿਰ ਵੀ ਉਹ ਜਿੱਤਿਆ। ਇਹਦਾ ਮਤਲਬ ਹੈ ਕਿ ਕਲੇਸ਼ ਦੇ ਹਾਰ ਜ਼ਰੂਰੀ ਨਹੀਂ ਕਿ ਕਲੇਸ਼ ਕਰਕੇ ਹਾਰ ਜਾਵੇ। ਮੈਂ ਪਹਿਲਾਂ ਇੱਥੇ ਆ ਜਾ, ਆਪਾਂ ਡਿਟੇਲ 'ਚ ਨਾ ਜਾਈਏ, ਮੈਂ ਸਿੱਧਾ ਇਹ ਪੁੱਛ ਰਿਹਾ, ਜਿੱਤੂ ਕਿਵੇਂ ਤੇ ਹਾਰੂ ਕਿਵੇਂ? ਹਾਰਨ ਦੇ ਕੀ ਕਾਰਨ? ਬੀਜੇਪੀ ਦੀ ਹਾਰਨ ਦਾ ਤੇ ਪਬਲਿਕ ਪਰਸੈਪਸ਼ਨ ਨਜ਼ਰ ਆ ਹੀ ਰਹੀ ਹੈ ਕਿ ਬੀਜੇਪੀ ਪੰਜਾਬ ਦੇ ਵਿੱਚ ਜਿਵੇਂ ਕਿ ਦੇਸ਼ ਦੇ ਜਿੱਥੇ ਸਟਰੋਂਗ ਸੀ ਉੱਥੇ ਕਮਜ਼ੋਰ ਹੋ ਗਈ। ਲੇਕਿਨ ਬੀਜੇਪੀ ਜਿਹੜੀ ਹੈ, ਇੱਕ ਗੱਲ ਇਹ ਹਮੇਸ਼ਾ ਸਾਨੂੰ ਯਾਦ ਰੱਖਣੀ ਚਾਹੀਦੀ ਆ ਕਿ ਬੀਜੇਪੀ ਇੱਕ ਬਹੁਤ ਇੰਟੈਲੀਜੈਂਟ ਲੋਕਾਂ ਦਾ ਗਰੁੱਪ ਹੈਗਾ। ਇੰਟੈਲੀਜੈਂਟ, ਉਹ ਖਤਰਨਾਕ ਮਾਈਕਰੋ ਮੈਨੇਜਮੈਂਟ में आरएसएस ਖਤਰਨਾਕ ਹੱਦ ਤੱਕ ਇੰਟੈਲੀਜੈਂਟ ਨੇ, ਠੀਕ ਹੈ ਨਾ। ਉਹ ਇੰਟੈਲੀਜੈਂਟ ਹੋਣਾ ਤੇ ਚੰਗੇ ਹੋਣਾ ਇੱਕੋ ਗੱਲ ਨਹੀਂ ਹੁੰਦੀ, ਠੀਕ ਹੈ ਨਾ। ਸੋ ਬੀਜੇਪੀ ਕੋਲ ਜ਼ਮੀਨੀ ਹਕੀਕਤਾਂ ਜਿਹੜੀਆਂ ਸ਼ਾਮ ਦਾਮ ਦੰਡ ਭੇਦ ਸਭ ਕੁਝ ਵਰਤਣਗੇ, ਚੋਣ ਜਿੱਤਣ ਦੇ ਲਈ ਉਹਨਾਂ ਕੋਲ ਹੈਗਾ। ਔਰ ਦੂਸਰੀ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਜਿਹੜਾ ਕਿਸਾਨੀ ਅੰਦੋਲਨ ਹੈ ਉਹ ਇੱਕ ਲੌਬੀ ਦੀ ਮੂਵਮੈਂਟ ਹੈ। ਕਿਹਦੀ ਲੌਬੀ ਦੀ ਮੂਵਮੈਂਟ ਹੈ? ਕਿਸਾਨ ਲੌਬੀ ਦੀ ਮੂਵਮੈਂਟ ਹੈ। ਤੇ ਜਦੋਂ ਇੱਕ ਲੌਬੀ ਆਪਣੇ ਵਾਸਤੇ ਇੱਕ ਕੰਮ ਕਰਦੀ ਹੈ ਤੇ ਉਹੀ ਦੋ ਧਾਰੀ ਤਲਵਾਰ ਵਾਲੀ ਗੱਲ ਹੈ ਕਿ ਦੂਸਰੀ ਲੌਬੀ ਉਹਦੇ ਖਿਲਾਫ ਵੀ ਹੋ ਸਕਦੀ ਹੈ। ਚਲੋ ਮੈਂ ਦੂਜੀ ਪਾਰਟੀ ਤੇ ਆਉਣਾਗਾ, ਆਮ ਆਦਮੀ ਪੰਜਾਬ ਦੇ ਵਿੱਚ ਇਹ ਬੀਜੇਪੀ ਨੂੰ ਹਾਰਨ ਦੇ ਜ਼ਿਆਦਾ ਚਾਂਸ ਨਹੀਂ। ਬੀਜੇਪੀ ਦੇ ਕਿਸਾਨ ਲੌਬੀ ਜਿਹੜੀ ਹੈ ਉਹਦੀ ਗਿਣਤੀ ਵੀ ਤਾਂ ਵੇਖ ਲਓ ਨਾ ਕਿ ਪੰਜਾਬ ਦੇ ਵਿੱਚ 10 ਲੱਖ ਹਾਊਸ ਹੋਲਡ ਹੈਗੇ ਨੇ ਜਿਹੜੇ ਕਿਸਾਨ ਨੇ, ਤਾਂ ਬਾਕੀ 40 ਲੱਖ ਹਾਊਸ ਹੋਲਡ ਜਿਹੜੇ ਨੇ ਉਹ ਗੈਰ ਕਿਸਾਨ ਹੈਗੇ ਆ। ਸੋ ਆਪਾਂ ਇੱਕ ਪਰ ਓਵਰਆਲ ਇਸ ਅੰਦੋਲਨ ਨੇ ਪ੍ਰਭਾਵ ਐਂਟੀ ਮੋਦੀ ਕੀਤਾ ਨਾ। ਉਹ ਅੰਦੋਲਨ ਪੰਜਾਬ ਦਾ ਓਵਰਆਲ ਪ੍ਰਭਾਵ ਐਂਟੀ ਮੋਦੀ ਬਣ ਗਿਆ, ਯਾਨੀ ਉਹ ਐਂਟੀ ਮੋਦੀ ਇੱਕ ਮੂਵਮੈਂਟ ਆ ਪੰਜਾਬ। ਇਹ ਯਾਦ ਰੱਖੋ ਕਿ ਪੰਜਾਬ ਦੇ ਵਿੱਚ ਅੰਦਰ ਜਿਹੜੀਆਂ ਨੇ ਉਹ ਕਈ ਤਰ੍ਹਾਂ ਦੇ ਸਮੀਕਰਨ ਆ। ਸ਼ਹਿਰੀ ਪਰਿਵਾਰਾਂ ਦੇ ਸਮੀਕਰਨ ਵੱਖਰੇ ਨੇ, ਅਲੀਟ ਹਿੰਦੂ ਦੇ ਵੱਖਰੇ ਨੇ, ਮਾਲਵੇ ਦੇ ਹਿੰਦੂ ਵੱਖਰਾ ਹੈਗਾ। ਅੱਜ ਦੀ ਤਰੀਕ 'ਚ ਪੰਜਾਬ ਦੇ ਵਿੱਚੋਂ ਪਾਵਰਫੁਲ ਬੀਜੇਪੀ ਜਿਹੜੇ ਹੈਗੇ ਨੇ ਮੈਨ, ਉਹ ਅਗੇਨ ਫਿਰ ਜੱਟ ਸਿੱਖ ਹੈਗੇ, ਇਕਬਾਲ ਸਿੰਘ ਲਾਲਪੁਰਾ, ਰਜਿੰਦਰ ਮੋਹਨ ਸ਼ੀਨਾ, ਹਰਜੀਤ ਗਰੇਵਾਲ। ਇਸ ਕਰਕੇ ਤੁਸੀਂ ਇਹਨਾਂ ਨੂੰ ਬੀਜੇਪੀ ਨੂੰ ਵੀ ਮਤਲਬ ਉਸ ਤਰੀਕੇ ਨਾਲ ਮੈਂ ਇਹੀ ਕਿਹਾ ਕਿ ਮੈਂ ਦੂਜੀ ਪਾਰਟੀ ਤੇ ਆਉਣਾ। ਸਾਡੇ ਕੋਲ ਦੂਸਰੀ ਅਗਰ ਗੱਲ ਕਰੀਏ ਆਮ ਆਦਮੀ ਪਾਰਟੀ ਦੀ, ਆਮ ਆਦਮੀ ਪਾਰਟੀ ਜੇ ਜਿੱਤੂਗੀ ਤਾਂ ਕਿਵੇਂ ਜਿੱਤ ਸਕਦੀ ਹੈ? ਜੇ ਹਾਰਦੀ ਹੈ ਤਾਂ ਕਿਉਂ ਹਾਰਦੀ ਹੈ? ਆਮ ਆਦਮੀ ਪਾਰਟੀ ਜੇ ਦੀ ਜਿੱਤ ਦੀ ਇੰਨੀ ਕੀ ਸੰਭਾਵਨਾ, ਜਿੰਨੀਆਂ ਕੁ ਸੀਟਾਂ ਉਹ ਰਿਟੇਨ ਕਰ ਜਾਣ ਉਹ ਕਾਫੀ ਵਧੀਆ ਗੱਲ ਹੋਊਗੀ ਉਹਨਾਂ ਲਈ। ਯਾਨੀ 20 ਸੀਟਾਂ ਤੋਂ ਅੱਗੇ ਨਹੀਂ ਵਧਣਗੇ। ਜਿੰਨੀਆਂ ਕੁ ਸੀਟਾਂ ਉਹ ਰਿਟੇਨ ਕਰ ਜਾਣ ਉਹਦਾ
ਉਹਦੀ ਜਿੱਤ ਮੈਂ ਤੁਹਾਨੂੰ ਸਿਰਫ ਇਹ ਪੁੱਛ ਰਿਹਾ ਕੰਬੀਨੇਸ਼ਨ ਕਿ ਜੇ ਉਹ ਜਿੱਤਦੀ ਹੈ ਕਿਉਂ ਜਿੱਤੂ, ਜੇ ਹਾਰਦੀ ਹੈ ਕਿਉਂ? ਉਹ ਹਾਰੇਗੀ ਟਿੱਪਣੀ ਇਸ ਨਾ ਦਈਏ ਕਰਕੇ, ਕਿਸੇ ਨੂੰ ਕੌਣ ਹਾਂ, ਸੀਟਾਂ ਵਾਲੀ ਆਮ ਨਾ ਆਦਮੀ ਦਈਏ। ਪਾਰਟੀ ਇਸ ਕਰਕੇ ਹਾਰ ਸਕਦੀ ਹੈ ਕਿ ਆਮ ਆਦਮੀ ਪਾਰਟੀ ਦਾ ਸੰਚਾਰ ਨਿਲ ਹੈ ਪੰਜਾਬ ਦੇ ਲੋਕਾਂ ਦੇ ਨਾਲ। ਉਹਦਾ ਸੰਚਾਰ ਸਿਰਫ ਇੱਥੇ ਜਿਹੜੇ ਆਪੇ ਬਣੇ ਹੋਏ ਆਉਣ ਵਾਲੇ ਐਮਐਲਏ ਨੇ ਉਹਨਾਂ ਦੇ ਨਾਲ ਹੀ ਹੈ, ਲੋਕਾਂ ਦੇ ਨਾਲ ਉਹਨਾਂ ਦਾ ਸੰਚਾਰ ਨਹੀਂ ਹੈ। ਇਹ ਤਾਂ ਅਜੇ ਰਾਜਨੀਤੀ ਭਖਣੀ ਆ ਨਾ, ਇਹ ਤਾਂ 8 ਮਹੀਨੇ ਪਏ ਨੇ। ਰਾਜਨੀਤੀ ਬਾਰੇ ਕਹਿੰਦੇ ਪ੍ਰੈਡਿਕਸ਼ਨ ਕਰਨਾ ਵੈਸੇ ਇੱਕ ਤਰ੍ਹਾਂ ਦੀ ਪੋਲੀਟੀਕਲ ਬੇਵਕੂਫੀ ਮੰਨਿਆ ਜਾਂਦਾ ਹੁੰਦਾ। ਵੇਖੋ ਇੱਥੇ ਜਦੋਂ ਵੀ ਉਹ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ, ਉਹਨਾਂ ਦੇ ਵਿੱਚ ਰਸਤੇ ਦੇ ਵਿੱਚ ਭਗਵੰਤ ਮਾਨ ਜਿਹੜਾ ਉਹਦੀ ਸਕਸੈਸ ਉਹਨਾਂ ਦੇ ਰਸਤੇ 'ਚ ਆ ਜਾਂਦੀ ਹੈ। ਵੈਸੇ ਆਮ ਆਦਮੀ ਪਾਰਟੀ ਦੇ ਕਈ ਅਲੱਗ-ਅਲੱਗ ਮਿਨਿਸਟਰਸ ਨੇ ਇੱਥੇ ਗੁਪਤ ਟੀਮਾਂ ਅਕਸਰ ਭੇਜਦੇ ਨੇ। ਆਮ ਆਦਮੀ ਪਾਰਟੀ ਦੇ ਸੰਗਠਨ 'ਚ ਸੱਜਾ ਹੱਥ ਨਹੀਂ ਜਾਣਦਾ ਕਿ ਉਹਦਾ ਖੱਬਾ ਹੱਥ ਅੱਜ ਪੰਜਾਬ ਦੇ ਕਿਹੜੇ ਪਿੰਡ 'ਚ ਕੀ ਸਰਵੇ ਕਰ ਰਿਹਾ। ਔਰ ਉਹਦੇ ਵਿੱਚ ਜਿਹੜਾ ਮੇਰੀ ਸੂਚਨਾ, ਉਹਦੇ ਵਿੱਚ ਉਹਨਾਂ ਬਾਰ-ਬਾਰ ਉਹਨਾਂ ਨੂੰ ਉਹੀ ਬੰਦਾ ਦੁਬਾਰਾ ਰਿਕਮੈਂਡ ਕੀਤਾ ਜਾਂਦਾ, ਨਵਜੋਤ ਸਿੰਘ ਸਿੱਧੂ। ਇਸ ਕਰਕੇ ਹੋ ਸਕਦਾ ਜੇ ਉਹਨਾਂ ਕੋਲ ਚਿਹਰਾ ਆਉਂਦਾ ਤਾਂ ਹਾਂ, ਉਹ ਚਿਹਰਾ ਉਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਗੁਪਤ ਸਰਵੇ ਵਿੱਚੋਂ ਨਵਜੋਤ ਸਿੰਘ ਸਿੱਧੂ ਹੀ ਮੈਂ ਸਿੰਪਲ ਪੁੱਛਾਂ, ਚਿਹਰੇ ਤੁਹਾਨੂੰ ਕੀ ਲੱਗਦਾ ਜੇ ਜਿੱਤਦੇ ਆ ਤਾਂ ਚਿਹਰੇ ਕਰਕੇ ਜਿੱਤਣਗੇ, ਜੇ ਹਾਰਦੇ ਆ ਤੇ ਆਪਦੀਆਂ ਚਿਹਰੇ ਕਰਕੇ ਨਹੀਂ ਜਿੱਤਿਆ, ਨਵੇਂ ਚਿਹਰੇ ਕਰਕੇ ਇਸ ਤਰੀਕੇ ਨਾਲ ਬਹੁਤ ਮੁਸ਼ਕਲ ਹੁੰਦਾ। ਜੇ ਪਿਛਲੀ ਵਾਰ ਕੈਪਟਨ ਦਾ ਚਿਹਰਾ ਥੋੜਾ ਬਹੁਤ ਕਾਮਯਾਬ ਹੋਇਆ ਸੀ, ਉਹਦੇ ਪਿੱਛੇ ਬੜਾ ਲੰਮਾ ਚੌੜਾ ਇੱਕ ਮੈਂ ਸਿਰਫ ਇਹ ਪੁੱਛ ਰਿਹਾ ਤੁਹਾਡੇ ਤੋਂ, ਆਪਾਂ ਦੋਵੇਂ ਸੰਭਾਵਨਾ ਮੰਨ ਕੇ। ਮੈਂ ਕਹਿੰਦਾ ਜੇ ਜਿੱਤਦੇ ਆ ਕਿਵੇਂ ਜਿੱਤ ਸਕਦੇ ਆ, ਜੇ ਹਾਰਦੇ ਆ ਤਾਂ ਕਿਵੇਂ ਹਾਰਦੇ ਆ? ਚਿਹਰੇ ਕਰਕੇ ਥੋੜਾ ਬਹੁਤ ਉਹਨਾਂ ਨੂੰ ਫਰਕ ਪੈ ਸਕਦਾ, ਕਿਉਂਕਿ ਜੋ ਉਹਨਾਂ ਦੀਆਂ ਕਾਮਯਾਬੀਆਂ, ਜੋ ਖੂਬਸੂਰਤ ਤਰੀਕਾ ਉਹਨਾਂ ਦਾ ਦਿੱਲੀ 'ਚ ਕੰਮ ਕਰਨ ਦਾ, ਜਿਵੇਂ ਉਹ ਦਿੱਲੀ ਦੇ ਵਿੱਚ ਉਹ ਤੁਹਾਡੀ ਅੱਖ 'ਚ ਅੱਖ ਪਾ ਕੇ ਗੱਲ ਕਰਦੇ ਨੇ, ਉਹ ਚੀਜ਼ ਇੱਥੇ ਨਦਾਰਦ ਹੈਗੀ ਆ। ਬਿਲਕੁਲ ਨਹੀਂ, ਇੱਥੇ ਕੋਈ ਬਸ ਮਤਲਬ ਇਹ ਆ ਕਿ ਕੋਈ ਜਿਹੜਾ ਸਮਝ ਨਹੀਂ ਹੈਗੀ। ਤਾਂ ਮੈਂ ਅਗਲੀ ਪਾਰਟੀ ਤੇ ਆ ਜਾਣਾ, ਸ਼੍ਰੋਮਣੀ ਅਕਾਲੀ ਦਲ ਦੇ ਉੱਤੇ। ਸ਼੍ਰੋਮਣੀ ਅਕਾਲੀ ਦਲ ਦੀ ਤਾਕਤ ਕੀ ਹੈ ਜੋ ਜਿੱਤਦਾ, ਜੇ ਹਾਰਦਾ ਤਾਂ ਉਹਦੀ ਕਮਜ਼ੋਰੀ ਕੀ ਹੈ? ਸ਼੍ਰੋਮਣੀ ਅਕਾਲੀ ਦਲ ਜਿਹੜਾ, ਦੇਖੋ ਇਲੈਕਟੋਰਲ ਪੋਲਿਟਿਕਸ ਜਿਹੜੀ ਹੈ ਉਹਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਪੰਚਾਇਤਾਂ ਦਾ ਹੱਥ ਬਹੁਤ ਜ਼ਿਆਦਾ ਹੁੰਦਾ। ਸਰਪੰਚ ਜਿਹੜੇ ਨੇ ਉਹ ਬੂਥ ਮੈਨੇਜਮੈਂਟ, ਕਲਾਇੰਟਸ ਨੂੰ ਲੈਣਾ, ਵੋਟਰਸ ਨੂੰ ਲੈਣਾ, ਕਿਸੇ ਨਾਲ ਰਿਸ਼ਤੇਦਾਰੀ ਦਾ ਕੰਮ, ਕਿਸੇ ਨੂੰ ਕੁਝ ਦਵਾਇਆ ਕੰਮ, ਉਹ ਪੰਚਾਇਤਾਂ ਦਾ ਬਹੁਤ ਵੱਡਾ ਰੋਲ ਆ। ਅਕਾਲੀ ਦਲ ਦਾ ਜਿਹੜਾ ਹੈਗਾ, ਉਹ ਅਕਾਲੀ ਦਲ ਦੇ ਹਾਰੇ ਹੋਏ ਸਰਪੰਚ ਵੀ ਪਾਵਰਫੁਲ ਨੇ, ਨੰਬਰ 1। ਦੂਸਰਾ ਹੈਗਾ ਕਿ ਅਕਾਲੀ ਦਲ ਸ਼੍ਰੋਮਣੀ ਕਮੇਟੀ ਦੇ ਮਾਧਿਅਮ ਨਾਲ ਲੋਕਾਂ ਨੂੰ ਅੱਜ ਪੰਜਾਬ ਦੇ ਵਿੱਚ, ਪੰਜਾਬ ਸਰਕਾਰ ਤੋਂ ਬਾਅਦ ਜੇ ਕੋਈ ਸਭ ਤੋਂ ਵੱਡਾ ਐਮਪਲੋਇਰ ਹੈ ਖਾਸ ਤੌਰ ਤੇ ਮਾਝੇ ਦੇ ਵਿੱਚ, ਤੇ ਉਹ ਸ਼੍ਰੋਮਣੀ ਕਮੇਟੀ ਹੈ। ਸੋ ਅਕਾਲੀ ਦਲ ਦੀ ਜਿਹੜੀ ਪਾਵਰ ਹੈ ਉਹ ਸ਼੍ਰੋਮਣੀ ਕਮੇਟੀ ਚੋਂ ਨਿਕਲਦੀ ਹੈ, ਕਿਉਂਕਿ ਉਹ ਸ਼੍ਰੋਮਣੀ ਕਮੇਟੀ ਤੇ ਉਹ ਕਾਬਜ਼ ਨੇ। ਇਸ ਕਰਕੇ ਅਕਾਲੀ ਦਲ ਨੂੰ ਇਰਰੈਲੇਵੈਂਟ ਨਹੀਂ ਕਰਾਰ ਦਿੱਤਾ ਸਕਦਾ, ਉਹਨਾਂ ਦੀ ਪਾਵਰ ਬਹੁਤ ਹੈ। ਹਾਂ, ਉਹ ਛੋਟੇ ਫੈਕਟਰਸ, ਉਹਨਾਂ ਦੀਆਂ ਕਮਜ਼ੋਰੀਆਂ ਕੀ ਨੇ? ਕਮਜ਼ੋਰੀਆਂ ਜਿਹੜੀਆਂ ਉਹਨਾਂ ਦੀਆਂ ਇਹ ਨੇ ਕਿ ਉਹ ਜਿਹੜੇ ਉਹਨਾਂ ਦੇ ਪੁਰਾਣੇ ਜਿਹੜੇ ਲੋਕ ਜਿਨ੍ਹਾਂ ਦਾ ਕੁਝ ਜ਼ਿਆਦਾ ਚੰਗਾ, ਜਿਨ੍ਹਾਂ ਕਰਕੇ ਉਹ ਹਾਰੇ, ਉਹ ਅੱਜ ਵੀ ਉਸ ਪਾਰਟੀ ਦੇ ਵਿੱਚ ਰੈਲੇਵੈਂਟ ਨੇ। ਦੂਸਰਾ ਹੈ ਕਿ ਬੇਅਦਬੀ ਦੇ ਨਾਂ ਤੇ ਜਿਵੇਂ ਕਿ ਬਾਰ-ਬਾਰ ਉਹਨਾਂ ਨੂੰ ਇੱਕ ਲੇਬਲ ਕਿ ਜੀ ਬਸ ਹੋ ਗਈ ਗੱਲ, ਹੁਣ ਫੈਸਲਾ ਸੁਪਰੀਮ ਕੋਰਟ ਦਾ ਹੀ ਆ ਗਿਆ ਕਿ ਜੀ ਇਹਨਾਂ ਨੇ ਬੇਅਦਬੀ ਕਰਾਈ, ਜਿਹੜੀ ਚੀਜ਼ ਅਜੇ ਅੰਡਰ ਇਨਵੈਸਟੀਗੇਸ਼ਨ ਹੈਗੀ ਆ ਜਾਂ ਸਾਰਾ ਕੁਝ ਹੈ, ਉਹਨੂੰ ਜੇ ਤੁਸੀਂ ਉਹ ਬਹੁਤ ਜ਼ਿਆਦਾ ਉਹਨਾਂ ਦੇ ਖਿਲਾਫ ਭਖਾ ਦਿੱਤਾ ਜਾਵੇ ਤੇ ਉਹਦੀ ਉਹਨਾਂ ਨੂੰ ਸਜ਼ਾ ਪਹਿਲਾਂ ਵੀ ਮਿਲੀ ਹੈ ਤੇ ਦੁਬਾਰਾ ਇਸੇ ਕਰਕੇ ਕਾਂਗਰਸ ਦੇ ਅੰਦਰ ਰੌਲਾ ਪੈਂਦਾ ਕੀ ਮਸਲਾ ਭਖਾਓ, ਬਾਕੀ ਇਹੀ ਕਹਿੰਦੇ ਨੇ ਨਾ। ਉਹ ਨਹੀਂ, ਉਹ ਸਿਰਫ ਇੱਕ ਅਪਰਚੂਨਿਜ਼ਮ ਹੈਗਾ, ਕਿਉਂਕਿ ਜੇ ਇਲੈਕਟਰਲ ਪੋਲਿਟਿਕਸ ਨੂੰ ਨੁਕਸਾਨ ਹੋ ਰਿਹਾ ਇਸ ਗੱਲ ਦਾ, ਤਾਂ ਹੀ ਫਿਰ ਬਾਕੀ ਰੌਲਾ ਪਾ ਰਹੇ ਨੇ ਨਾ। ਨਹੀਂ, ਪਰ ਉਹਦੇ ਵਿੱਚ ਇੱਕ ਤੀਰ ਜੇ ਚਲਾਇਆ ਜਾਵੇ ਇੱਕ ਪਾਸੇ, ਤੇ ਉਹ ਜ਼ਰੂਰੀ ਨਹੀਂ ਹੈ ਕਿ ਉਧਰ ਹੀ ਲੱਗੇ। ਜਿਹੜਾ ਦਸ਼ਰਥ ਨੇ ਤੀਰ ਚਲਾਇਆ ਸੀਗਾ ਉਹ ਸਰਵਣ ਕੁਮਾਰ ਦੇ ਜਾ ਲੱਗਾ ਸੀਗਾ, ਜਦ ਕਿ ਉਹਨੂੰ ਮਾਰਿਆ ਨਹੀਂ ਸੀ ਉਹਨੇ ਤੀਰ। ਇਸ ਕਰਕੇ ਇਹ ਜਿਹੜੀ ਹੈ ਨਾ ਰੰਧਾਵਾ ਸਾਹਿਬ ਦੀ ਪੋਲਿਟਿਕਸ, ਇਹ ਹਨੇਰੇ 'ਚ ਤੀਰ ਹੈਗਾ ਵਾ। ਇਹ ਇੱਕ ਡੈਸਪੀਰੇਸ਼ਨ ਹੈ, ਇਹ ਇੱਕ ਬੇਕਰਾਰੀ ਹੈ ਕਿ ਉਹ ਅਸੀਂ ਕਿਵੇਂ ਦੁਬਾਰਾ ਜਿਹੜਾ ਉਹ ਪਾਵਰ ਚਾਹੀਏ। ਉਹਦੇ ਕਰਕੇ ਉਹ ਜਿੱਥੇ ਬੈਠੇ ਨੇ, ਜੋ ਟਾਈਮ ਰੰਧਾਵਾ ਸਾਹਿਬ ਹੀ ਕਿਉਂ, ਤੇ ਸਾਰੀ ਕਾਂਗਰਸ 'ਚ ਗੱਲ ਚੱਲਦੀ ਹੈ। ਮਤਲਬ ਤੁਸੀਂ ਕਾਂਗਰਸ ਦੇ, ਅਸੀਂ ਦੇ ਪੱਤਰਕਾਰ ਆ, ਕਿਹੜਾ ਕਾਂਗਰਸ ਦਾ ਐਮਐਲਏ ਆਫ ਦੀ ਰਿਕਾਰਡ ਵੱਡੇ ਪੱਧਰ ਤੇ ਉਹਨਾਂ ਦੇ ਐਮਐਲਏ, ਵੱਡੇ ਪੱਧਰ ਤੇ ਮੰਤਰੀ, ਸਾਰਾ ਹੀ ਕਹਿੰਦੇ ਵੱਖਰੀ ਗੱਲ ਹੈ ਕਿ ਕੋਈ ਔਨ ਰਿਕਾਰਡ ਕਹਿ ਰਿਹਾ, ਕੋਈ ਆਫ ਦੀ ਰਿਕਾਰਡ ਕਹਿੰਦਾ। ਮੁੱਦੇ ਦਾ ਮੁੱਖ ਚਿਹਰਾ ਤੇ ਨਵਜੋਤ ਸਿੰਘ ਸਿੱਧੂ ਤੇ ਰੰਧਾਵਾ ਸਾਹਿਬ ਨੇ ਨਾ ਇਸ ਮੁੱਦੇ ਨੂੰ ਲੈ ਕੇ। ਪਰ ਆਫ ਦੀ ਰਿਕਾਰਡ ਮੈਂ ਕਹਿ ਰਿਹਾ, ਆਫ ਦੀ ਰਿਕਾਰਡ ਬਹੁਤ ਸਾਰੇ ਲੋਕ ਨੇ ਜਿਹੜੇ ਬੋਲਦੇ ਨੇ। ਹਾਂ, ਲੇਕਿਨ ਉਹਨਾਂ ਦੇ ਵਿੱਚ ਉਹਦੇ ਬਾਵਜੂਦ ਵੀ ਉਹਨਾਂ ਨੂੰ ਇਸ ਮੁੱਦੇ ਦੀ ਜਟਿਲਤਾ ਜਿਹੜੀ ਆ, ਉਹ ਇਹ ਇਲੈਕਟੋਰਲ ਤਰੀਕੇ ਦੇ ਨਾਲ ਸੁਲਝਾਉਣ ਵਾਲੀਆਂ ਗੱਲਾਂ ਨਹੀਂ। ਧਰਮ ਧਰਮ ਦਾ ਜਿਹੜਾ ਰਸਤਾ ਨਾ, ਉਹਦੇ ਤੇ ਸਿਆਸਤ ਕਰਨ ਲੱਗਿਆਂ 100 ਵਾਰ ਡਰਨਾ ਚਾਹੀਦਾ
ਕਿਉਂਕਿ ਸਿਆਸਤ ਜਿਹੜੀ ਆ ਉਹਦੇ 'ਚ ਝੂਠ ਵੀ ਉਹਦਾ ਧਰਮ ਹੈ, ਬੇਈਮਾਨੀ ਵੀ ਉਹਦਾ ਧਰਮ ਹੈ। ਮੈਕਿਆਵੈਲੀਅਨ ਪੁਆਇੰਟ ਤੋਂ, ਠੀਕ ਹੈ ਨਾ, ਜਾਂ ਚਾਣਕਿਆ ਦੇ ਪੁਆਇੰਟ ਤੋਂ, ਪ੍ਰਤਾਪ ਸਿੰਘ ਕੈਰੋਂ ਜਿੱਥੇ ਅੱਜ ਆਪਾਂ ਬੈਠੇ ਹਾਂ, ਇਹ ਉੱਥੇ ਮਤਲਬ ਪੰਜਾਬ ਦੇ ਸਭ ਤੋਂ ਪਾਵਰਫੁਲ ਜਿਹੜੇ ਪੋਲੀਟੀਕਲ ਲੀਡਰਸ ਨੇ ਇਸੇ ਇਲਾਕੇ 'ਚੋਂ ਹੀ ਪੈਦਾ ਹੋਏ। ਪ੍ਰਤਾਪ ਸਿੰਘ ਕੈਰੋਂ, ਬਾਦਲ ਸਾਹਿਬ ਦਾ ਵੀ ਘਰ ਇੱਥੇ ਨਾਲ ਹੀ ਆ, ਪੁਰਾਣਾ ਮੂਸੇ ਪਿੰਡ ਜਿਹੜਾ। ਇਹ ਸਾਰੇ ਇੱਥੋਂ ਜੋ ਵੀ ਨਿਕਲੀ ਆ ਰਾਜਨੀਤੀ। ਉਹ ਵੱਖਰੀ ਗੱਲ ਹੈ ਕਿ ਅੱਜ ਮਾਝਾ ਗੈਰ ਪ੍ਰਸੰਗਕ ਹੋ ਗਿਆ, ਲੇਕਿਨ ਅੱਜ ਜੇ ਅਕਾਲੀਆਂ ਨੂੰ ਸਜ਼ਾ ਦਿੱਤੀ ਹੈ 2017 ਦੇ ਵਿੱਚ, ਤੇ ਉਹ ਮਾਝੇ ਨਹੀਂ ਦਿੱਤੀ, ਇਹ ਵੀ ਯਾਦ ਰੱਖਣੀ ਚਾਹੀਦੀ ਗੱਲ। ਸੋ ਉਹ ਜਿਹੜੀ ਗੱਲ ਹੈ ਨਾ ਕਿ ਧਰਮ ਨੂੰ ਵੋਟਾਂ ਲਈ ਵਰਤਣਾ, 1000 ਵਾਰ ਡਰਨਾ ਚਾਹੀਦਾ ਇਸ ਵਿਚਾਰ ਤੋਂ, 1000 ਵਾਰ। ਅੱਛਾ, ਮੈਂ ਲਾਸਟ ਕਾਂਗਰਸ ਪਾਰਟੀ ਰਹਿ ਗਈ, ਬਾਕੀ ਵੀ ਪਾਰਟੀਆਂ ਹੈਗੀਆਂ ਨੇ, ਉਹਨਾਂ ਦੇ ਕਿਉਂਕਿ ਸਮਝੌਤੇ ਹੋਣਗੇ, ਕਿਤੇ ਨੇ ਬਹੁਜਨ ਸਮਾਜ ਪਾਰਟੀ ਵੀ ਹੈ, ਹੋਰ ਪਾਰਟੀਆਂ ਵੀ ਹੈਗੀਆਂ ਨੇ, ਪਰ ਓਬਵੀਅਸਲੀ ਉਹ ਗੱਠਜੋੜ 'ਚ ਹੋਣਗੀਆਂ ਕਿਤੇ ਨਾ ਕਿਤੇ। ਕਾਂਗਰਸ ਪਾਰਟੀ ਦੀ ਜਾਂ ਕਹਿ ਦਈਏ ਕੈਪਟਨ ਦੀ ਅਗਵਾਈ ਜਿਹੜੀ ਕਾਂਗਰਸ ਆ, ਉਹਦੀ ਖੂਬੀ ਕੀ ਆ? ਉਹ ਜੇ ਜਿੱਤ ਕੇ ਆਊਗੀ ਤਾਂ ਕਿਉਂ ਜਿੱਤ ਕੇ ਆ ਸਕਦੀ ਹੈ? ਜੇ ਹਾਰੂਗੀ ਤਾਂ ਉਹਦੀ ਹਾਰ ਦਾ ਕਾਰਨ ਕੀ ਹੋਊਗੀ? 2007 ਵੀ ਕੈਪਟਨ ਬੜੇ ਕੌਨਫੀਡੈਂਟ ਸੀ ਕਿ ਇਸ ਤਾਂ ਆ ਰਹੇ ਹਾਂ ਵਾਪਸ, ਡੇਰਾ ਮੈਨੇਜ ਕੀਤਾ ਸੀ, ਫਿਰ ਵੀ ਹਾਰ ਗਏ। ਔਰ ਦੇਖੋ, ਜਿੱਥੋਂ ਤੱਕ ਦੇ ਡੇਰੇ ਦੀ ਗੱਲ ਆ ਕਿ ਡੇਰੇ ਦੀ ਸਪੋਰਟ ਕਿਹਨੂੰ ਮਿਲਦੀ ਆ, ਉਹਨੂੰ ਮੈਂ ਕਹਿੰਦਾ ਕੇਸ ਆਫ ਡੈਥ। ਡੇਰਾ ਜਿਹਨੂੰ ਸਪੋਰਟ ਕਰੂਗਾ ਉਹ ਮਰ ਜੂਗਾ। ਬੀਜੇਪੀ ਨੂੰ ਸਪੋਰਟ ਕਰੂਗਾ ਅੰਦਰ ਖਾਤੇ, ਜਿਹਨੂੰ ਵੀ ਕਰੂਗਾ, ਜੇ ਪਤਾ ਲੱਗ ਗਿਆ ਕਿ ਡੇਰਾ ਇਹਨੂੰ ਸਪੋਰਟ ਕਰਦਾ ਤਾਂ ਉਹਦੇ ਲਈ ਉਹ ਕੇਸ ਆਫ ਡੈਥ ਸਾਬਤ ਹੋਊਗਾ। ਰਹੀ ਗੱਲ ਕੈਪਟਨ ਸਾਹਿਬ ਦੀ ਜਾਂ ਕਾਂਗਰਸ ਦੀ ਜਿਹੜੀ ਸਟਰੈਂਥ ਹੈ, ਕਾਂਗਰਸ ਦੇ ਹੱਕ 'ਚ ਸਿਰਫ ਤੇ ਸਿਰਫ ਸਾਰੀਆਂ ਗੱਲਾਂ ਤੁਸੀਂ ਉਹਦੀਆਂ ਛੱਡ ਦਿਓ, ਇੱਕ ਗੱਲ ਜਾਂਦੀ ਹੈ। ਜਿਸ ਜਗ੍ਹਾ ਤੇ ਅਸੀਂ ਬੈਠੇ ਹਾਂ ਤਰਨਤਾਰਨ ਦੇ ਵਿੱਚ, ਬਾਰਡਰ ਡਿਸਟ੍ਰਿਕਟ ਹੈ, ਨੈਸ਼ਨਲ ਸਿਕਿਉਰਿਟੀ ਪ੍ਰਤੀ ਜੋ ਸੰਵੇਦਨਸ਼ੀਲਤਾ ਕੈਪਟਨ ਅਮਰਿੰਦਰ ਸਿੰਘ ਨੇ ਦਿਖਾਈ ਹੈ ਹਮੇਸ਼ਾ, ਬਾਦਲ ਸਾਹਿਬ ਦੇ ਹਿੱਸੇ ਉਹ ਸੰਵੇਦਨਸ਼ੀਲਤਾ ਨਹੀਂ ਆਈ। ਸੋ ਨੈਸ਼ਨਲ ਸਿਕਿਉਰਿਟੀ ਇੱਕ ਬਹੁਤ ਵੱਡਾ, ਜਿਹਨੂੰ ਕਹਿੰਦੇ ਆ ਕਿ ਬੈਨੀਫਿਟ ਹੁੰਦਾ ਕਿਸੇ ਵੀ ਇਲਾਕੇ ਦੀ ਪ੍ਰੋਸਪੈਰਿਟੀ ਵਾਸਤੇ, ਸਟੇਬਿਲਿਟੀ ਵਾਸਤੇ, ਗਰੋਥ ਵਾਸਤੇ, ਉਹ ਉਹਨਾਂ ਦੀ ਇੱਕੋ, ਮੈਂ ਤਾਂ ਇੱਕ ਹੀ ਗੱਲ ਕਹੂੰਗਾ। ਬਾਕੀ ਸਾਰੀਆਂ ਗੱਲਾਂ ਉਹ ਗੱਲਾਂ ਬਹੁਤ ਚੰਗੀਆਂ। ਨੈਸ਼ਨਲ ਸਿਕਿਉਰਿਟੀ ਐ ਨਹੀਂ ਹੁੰਦਾ ਜਿਵੇਂ ਕੋਈ ਇਸ਼ੂ ਬਣਾ ਦਿੱਤਾ ਜਾਵੇ, ਜਿਵੇਂ ਰਾਸ਼ਟਰਵਾਦ ਦਾ ਇਸ਼ੂ ਹੁੰਦਾ ਨਹੀਂ ਹੈ ਪਰ ਬਣਾ ਦਿੱਤਾ ਜਾਂਦਾ। ਰਾਸ਼ਟਰਵਾਦ ਅਲੱਗ ਚੀਜ਼ ਹੈ, ਨੈਸ਼ਨਲ ਸਿਕਿਉਰਿਟੀ ਅਲੱਗ ਚੀਜ਼ ਆ, ਪਰ ਜਿਵੇਂ ਨੈਸ਼ਨਲ ਸਿਕਿਉਰਿਟੀ ਹੁਣ ਤੇ ਪੰਜਾਬ ਸ਼ਾਂਤ ਸਟੇਟ ਹੈ। ਨਹੀਂ, ਸ਼ਾਂਤ ਤਾਂ ਹੈ, ਪਰ ਸਤਾ ਦੇ ਥੱਲੇ ਬਹੁਤ ਕੁਝ ਹੁੰਦਾ। ਸਤਾ ਦੇ ਥੱਲੇ ਨੈਸ਼ਨਲ ਸਿਕਿਉਰਿਟੀ ਦਾ ਮਤਲਬ ਹੈ ਕਿ ਤੁਸੀਂ ਇੱਕ ਰਾਤ ਵੀ ਚੈਨ ਦੀ ਨੀਂਦ ਨਹੀਂ ਸੌਂ ਸਕਦੇ। ਮੈਂ ਦੁਬਾਰਾ ਪੁੱਛ ਰਿਹਾ, ਕਾਂਗਰਸ ਦੇ ਹਾਰ ਦੇ ਜੇ ਮੁੱਦਿਆਂ ਦਾ ਅਰਥ ਕਹਿਣਾ ਹੋਵੇ, ਮੈਂ ਕਾਂਗਰਸ ਹਾਰੇਗੀ ਕਿਉਂ, ਜਿੱਤੇਗੀ ਕਿਉਂ? ਮੁੱਦੇ ਬੇਸ 'ਤੇ ਆਪਾਂ ਗੱਲ ਹਾਰੇਗੀ ਇਸ ਕਰਕੇ ਮੁੱਦਿਆਂ ਦੇ, ਇੱਕ ਤੇ ਹੈਗਾ ਕਿ ਲੋਕਾਂ ਨੂੰ ਇਹ ਲੱਗਦਾ ਕਿ ਵਾਅਦੇ ਪੂਰੇ ਨਹੀਂ ਹੋਏ, ਇੱਕ ਇਹ ਪਰਸੈਪਸ਼ਨ ਹੈ। ਦੂਸਰੀ ਗੱਲ ਹੈ ਕਿ ਕਾਂਗਰਸ ਹਾਰੇਗੀ ਇਸ ਕਰਕੇ ਕਾਂਗਰਸ ਸਰਕਾਰ ਜਿਹੜੀ ਇਸ ਵੇਲੇ ਆ, ਉਹਦੇ ਹਾਰਨ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਇਸ ਦੇ ਬਿਊਰੋਕਰੈਟਸ ਦਾ ਹੋਵੇਗਾ, ਕਿਉਂਕਿ ਬਿਊਰੋਕਰੈਟਸ ਨੇ ਜਿੰਨੀ ਪਾਵਰ ਇਸਤੇਮਾਲ ਕੀਤੀ ਹੈ, ਉਹਦਾ 10ਵਾਂ ਹਿੱਸਾ ਵੀ ਉਹਨਾਂ ਦੀ ਅਕਾਊਂਟੇਬਿਲਿਟੀ ਨਹੀਂ ਗਈ। ਅਕਾਊਂਟੇਬਿਲਿਟੀ MLA ਦੀ ਹੈ, ਜਿਹਦੇ ਕੋਲ ਪਾਵਰ ਨਹੀਂ ਹੈਗੀ, ਤੇ ਜਿਹਦੇ ਕੋਲ ਪਾਵਰ ਹੈ ਉਹਦੀ ਅਕਾਊਂਟੇਬਿਲਿਟੀ ਕੋਈ ਨਹੀਂ ਗਈ। MLA ਨੂੰ ਲਗਾਤਾਰ ਬਦਨਾਮ ਕੀਤਾ ਜਾ ਰਿਹਾ, ਪੋਲੀਟੀਕਲ ਕਲਾਸ ਓਵਰਆਲ ਹੀ ਲਗਾਤਾਰ ਬਦਨਾਮ ਕੀਤੀ ਜਾਂਦੀ ਹੈ, ਜਦਕਿ ਇਹ ਪੋਲੀਟੀਕਲ ਕਲਾਸ ਤਾਂ ਇੱਕ ਤਾਰ ਦੇ ਉੱਤੇ ਚੱਲਦੀ ਹੈ ਲਗਾਤਾਰ। ਉਹਨੂੰ ਨਹੀਂ ਪਤਾ ਅਗਲਾ ਪਾਲੋ ਨੇ ਜਦੋਂ ਕਦੋਂ ਜ਼ਮੀਨ ਤੇ ਆ ਜਾਣਾ। ਜਿਵੇਂ ਕਿ ਚਰਨਜੀਤ ਸਿੰਘ ਚੰਨੀ, ਇੱਕ ਟਵੀਟ ਜਾਂ ਇੱਕ SMS ਤੋਂ ਜੇ ਤੁਸੀਂ ਕਿਸੇ ਬੰਦੇ ਦਾ ਪੋਲੀਟੀਕਲ ਕੈਰੀਅਰ ਖਤਮ ਹੋਣ ਦੀ ਸੰਭਾਵਨਾ ਬਣਾ ਦਿੰਦਾ ਕੋਈ ਜਾਣਾ, ਤਾਂ ਇਹਦਾ ਮਤਲਬ ਹੈ ਕਿ ਪੋਲੀਟੀਕਲ ਕਲਾਸ ਕਿੰਨੀ ਕਮਜ਼ੋਰ ਹੈ, ਜਦਕਿ ਜਿਹੜੀ ਬਿਊਰੋਕ੍ਰੇਸੀ ਹੈ ਉਹ ਅਸਲ ਪਾਵਰ ਤੇ ਅਸਲ ਸਟੇਬਿਲਿਟੀ ਉਹਦੇ ਕੋਲ ਹੈ। ਸੋ ਉਹਦੀਆਂ ਗਲਤੀਆਂ ਕੀਤੀਆਂ ਦੁੱਲੇ ਦੀਆਂ ਪੇਸ਼ ਲੱਦੀ ਦੇ ਆਈਆਂ, ਉਹ MLAs ਨੂੰ ਭੁਗਤਣੀਆਂ ਪੈਣੀਆਂ ਨੇ। ਸੋ ਇਹ ਮੇਨ ਹਾਰਦੀ ਤਾਂ ਕਾਂਗਰਸ ਜੇ ਜਿੱਤਦੀ ਹੈ, ਜੇ ਜਿੱਤੇਗੀ ਤਦ ਜੇ ਅੱਜ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਆਪਣੇ MLAs ਨੂੰ ਇਸ ਤਰ੍ਹਾਂ ਪ੍ਰੋਜੈਕਟ ਕਰ ਲੇ ਕਿ ਇਹ ਜਿਹੜੇ MLA ਹੈਗੇ ਨੇ ਇਹ ਰਾਮ ਗਊਆਂ ਨਹੀਂ ਹੈਗੀਆਂ, ਇਹ ਪੋਲੀਟੀਕਲ ਰਿਪਰੈਜ਼ੈਂਟੇਟਿਵਸ ਨੇ, ਇਹਨਾਂ ਦੀ ਗੱਲ ਜਿਹੜੀ ਹੈ ਉਹ ਠੀਕ ਹੈਗੀ ਆ, ਇਹ ਜੋ ਪਲਾਨ ਕਰ ਰਿਹਾ, ਜੋ ਇਹ ਕਹਿੰਦੇ ਨੇ, ਇਹਨਾਂ ਦੀ ਗੱਲ ਸੁਣੀ ਜਾਵੇ। ਜਦੋਂ ਕੋਈ ਫੋਨ ਕਰਨ ਤਾਂ ਬੰਦਾ ਆ ਕੇ ਕਵੇ ਕਿ ਹਾਂ ਜਨਾਬ ਤੁਸੀਂ ਫੋਨ ਕੀਤਾ ਸੀ MLA ਸਾਹਿਬ, ਮੇਰਾ ਕੰਮ ਹੋ ਗਿਆ। ਹੁਣ ਇਹੀ ਕਿਹਾ ਵੀ ਫੋਨ ਤੁਸੀਂ ਕੀਤਾ ਸੀ ਪਰ ਮੈਨੂੰ ਤੇ ਉਹਨੇ ਦਫ਼ਤਰ 'ਚ ਨਹੀਂ ਵੜਨ ਦਿੱਤਾ। ਸੋ ਜਦੋਂ MLA ਜਿਹੜੇ ਨੇ ਉਹਨਾਂ ਦੀ ਇਸ ਤਰ੍ਹਾਂ ਦੀ ਉਹ ਲੋਕਾਂ ਦਾ ਸਾਥ ਦੇਣ ਵਾਲੇ, ਲੋਕਾਂ ਦੀ ਹੈਲਪ ਕਰਨ ਵਾਲੇ, ਔਰ ਇਹ ਸਾਬਤ ਹੋਏਗਾ ਕਿ ਉਹਨਾਂ ਦੀ ਕੋਈ ਪਾਵਰ ਹੈ, ਉਹਨਾਂ ਦੀ ਕੋਈ ਸੁਣਵਾਈ ਹੈਗੀ। ਜਦੋਂ MLA ਦੀ ਸੁਣਵਾਈ ਨਹੀਂ, ਪ੍ਰਗਟ ਸਿੰਘ ਦਾ ਕੀ ਰੌਲਾ, ਇੱਕੋ ਹੀ ਹੈ ਨਾ, MLA ਦੀ ਸੁਣਵਾਈ ਹੈ ਨਹੀਂ ਗੀ, ਬੰਦੇ ਯੋਗ ਬੰਦੇ ਨੇ, ਉਹਨਾਂ ਤੋਂ ਤੁਸੀਂ ਕੰਮ ਹੀ ਨਹੀਂ ਲਿਆ, ਠੀਕ ਹੈ। ਤਾਂ ਉਹ ਇੱਕ ਮੇਨ ਮੁੱਦਾ ਹੈਗਾ। ਧੰਨਵਾਦ ਜੀ ਤੁਹਾਡਾ। ਇਹ ਸਨ ਪ੍ਰੋਫੈਸਰ
ਖਾਲਸਾ ਕਾਲਜ ਦੇ, ਜਿਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਅੰਦਰ ਮੁੱਦਿਆਂ ਦੀ ਰਾਜਨੀਤੀ ਆਉਣ ਵਾਲੇ ਦਿਨਾਂ ਦੇ ਅੰਦਰ ਹੋ ਸਕਦੀ ਹੈ। ਜਿਹੜੇ ਮੁੱਦਿਆਂ ਦੇ ਉੱਤੇ ਰਾਜਨੀਤੀ ਹੋਏਗੀ ਉਹਨਾਂ ਦੇ ਜ਼ਰੀਏ ਹੀ 2022 ਦਾ ਭਵਿੱਖ ਬਣੇਗਾ। ਵੱਖ-ਵੱਖ ਪਾਰਟੀਆਂ ਬਾਰੇ ਉਹਨੇ ਦੱਸਿਆ ਕਿਹੜੀ ਪਾਰਟੀ ਕਿਉਂ ਜਿੱਤੇਗੀ ਤੇ ਕਿਉਂ ਹਾਰੇਗੀ।